ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 8 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਪੰਜਾਬ ਦੀ ਸਿਆਸੀ ਰਸਾਤਲ ਤੇ ਇੱਕ ਹੋਰ ਨਵੀਂ ਪਾਰਟੀ ਦੀ ਆਮਦ ਤੋਂ। ਨਵੇਂ ਅਕਾਲੀ ਦਲ, ਇਹਦੇ ਬਾਰੇ ਕਾਫੀ ਸਿਆਸੀ ਜਿਹੜੀਆਂ ਜੋੜ ਘਟਾਓ ਨੇ ਉਹ ਕੀਤੇ ਜਾ ਰਹੇ ਨੇ। ਇਹਦੇ ਬਾਰੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਸਿਆਸੀ ਪਿੜ ਦੇ ਵਿੱਚ ਕਿੰਨੀਆਂ ਕੁ ਵੱਡੀਆਂ ਮੱਲਾਂ ਮਾਰੂਗਾ। ਪਰ ਇਹਦੇ ਪ੍ਰਧਾਨ ਤੋਂ ਚਰਚਾ ਸ਼ੁਰੂ ਕਰ ਲਈਏ। ਇਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਗੇ, ਇਹ ਵੀ ਚਰਚਾ ਜਾਰੀ ਹੈ ਤੇ ਰੱਸਾਕੱਸੀ ਵੀ ਨਾਲੋਂ ਨਾਲ ਜਾਰੀ ਹੈ। ਬਿਲਕੁਲ ਪ੍ਰਵੀਨ ਜੀ, 5 ਮੈਂਬਰੀ ਕਮੇਟੀ ਕਹਿੰਦੀ ਅਸੀਂ ਆਪਣਾ ਕੰਮ ਨਿਬੇੜਤਾ, ਹੁਣ ਕੰਮ ਡੈਲੀਗੇਟਾਂ ਦਾ। ਠੀਕ ਹੈ ਜੀ। ਤੇ ਡੈਲੀਗੇਟਾਂ ਨੇ ਆਪਣਾ ਪ੍ਰਧਾਨ, ਆਪਣੀ ਟੀਮ ਚੁਣਨੀ ਹੈ ਤੇ ਅਸੀਂ ਵੀ ਹੁਣ ਉਸ ਡੈਲੀਗੇਟ ਦਾ ਹਿੱਸਾ। ਪਰ ਇੱਕ ਫਿਰ ਵੀ ਨਿਗਰਾਨ ਕਮੇਟੀ ਵਜੋਂ ਇਸ 5 ਮੈਂਬਰੀ ਨੂੰ ਦਿੱਤਾ ਗਿਆ ਚਾਰਜ ਇਹਨਾਂ ਤੇ ਚੋਣ ਅਧਿਕਾਰੀ ਨਿਯੁਕਤ ਕਰਕੇ ਚੋਣ ਪ੍ਰਕਿਰਿਆ ਤਹਿਤ ਪ੍ਰਧਾਨ ਚੁਣਨ ਦੀ ਗੱਲ ਤੁਰੀ ਹੈ। ਪਰ ਇੱਕ ਕੋਸ਼ਿਸ਼ ਹੋ ਰਹੀ ਹੈ ਕਿ ਵੀ ਵੋਟਾਂ ਦੀ ਨਾ ਲੋੜ ਪਵੇ, ਸਹਿਮਤੀ ਉਹ ਬਣ ਜਾਵੇ, ਉਹ ਚੰਗਾ ਸੁਨੇਹਾ ਜਾਊਗਾ। ਪਰ ਜਦੋਂ ਆਪਾਂ ਜਿਸ ਪ੍ਰਕਿਰਿਆ ਤਹਿਤ ਥੱਲੇ ਚੁਣ ਕੇ ਆ ਰਹੇ ਹਾਂ, ਫਿਰ ਆਪਾਂ ਨੂੰ ਜੇ ਵੋਟਾਂ ਵੀ ਪਾਉਣੀਆਂ ਪਈਆਂ ਤਾਂ ਕੀ ਹਰਜ। ਪਰ ਇੱਕ ਤਰੀਕਾ ਤਾਂ ਇਹ ਵੀ ਮੰਨਿਆ ਜਾ ਰਿਹਾ ਕਿ ਕੁਝ ਨੁਕਤਿਆਂ ਦੇ ਉੱਤੇ ਬੜੀ ਗੰਭੀਰਤਾ ਨਾਲ ਮੱਥਣਾ ਹੈ। ਅਸਲ 'ਚ ਲੰਘੇ 2 ਦਿਨਾਂ ਤੋਂ ਇਹਨਾਂ 'ਚ ਆਪਸ 'ਚ ਬੈਠਕਾਂ ਵੀ ਚੱਲ ਰਹੀਆਂ, ਚਰਚਾਵਾਂ ਵੀ ਚੱਲ ਰਹੀਆਂ, ਉਹਦੇ ਵਿੱਚ ਤਣੀ ਵੀ ਵੱਧ ਗਈ ਹੈ। ਆਪਸ 'ਚ ਬੀਬੀ ਜਗੀਰ ਕੌਰ ਤਾਂ ਗੁੱਸੇ ਹੋ ਕੇ ਵੀ ਬਾਹਰ ਛੱਡ ਕੇ ਤੁਰ ਪਏ ਸੀਗੇ। ਤੋਂ ਉੱਥੇ ਕਈ ਮੀਡੀਆ ਅਦਾਰਿਆਂ ਦਾ, ਮੀਡੀਆ ਦੇ ਕੁਝ ਨੁਮਾਇੰਦਿਆਂ ਦੇ ਨਾਂ ਲੈ ਕੇ ਕਿਹਾ ਜਾ ਰਿਹਾ ਜੀ ਕਿ ਉਹਨਾਂ ਕੋਲ ਖਬਰ ਪਹਿਲਾਂ ਕਿਵੇਂ ਪਹੁੰਚ ਜਾਂਦੀ ਹੈ, ਉਹ ਕਿਵੇਂ ਖਬਰ ਨਸ਼ਰ ਕਰ ਦਿੰਦੇ ਨੇ। ਸਵਾਲ ਤਾਂ ਇਹ ਹੈ ਕਿ ਜੇ 5 ਮੈਂਬਰੀ ਕਮੇਟੀ ਦੀ ਚਰਚਾ ਤਾਂ ਇਸ ਮੀਡੀਆ ਕਰਕੇ ਹੀ ਹੈ। ਜੀ ਤਾਂ ਚਰਚਾ 'ਚ ਤਾਂ ਰਹੇ ਨੇ ਹੋ ਨਾ ਤੁਸੀਂ। ਜੇ ਤੁਹਾਡੀ ਜਾਂ ਤਾਂ ਮਤਲਬ ਕਿ ਇਸ ਤਰੀਕਾਕਾਰ ਹੋਵੇ ਕਿ ਹਾਂ ਭਾਈ ਤੁਹਾਨੂੰ ਕੋਈ ਬਲੈਕਮੇਲ ਕਰਦਾ ਫਿਰ ਤਾਂ ਉਹਦਾ ਨਾਂ ਲਓ ਤੁਸੀਂ। ਤੇ ਇਹ ਅੰਦਰ ਰੱਸਾਕੱਸੀ ਕੀ ਹੈ, ਜਾਂ ਤਾਂ ਕਈਆਂ ਨੂੰ ਇਹ ਹੈ ਕਿ ਸਾਨੂੰ ਕੋਈ ਨਹੀਂ ਪੁੱਛਦਾ, ਦੂਜਿਆਂ ਤੋਂ ਖਬਰ ਕਿਵੇਂ ਚਲੀ ਜਾਂਦੀ ਹੈ, ਸਾਡੇ ਕੋਲ ਕੋਈ ਨਹੀਂ ਫੋਨ ਕਰਦਾ। ਸਹੀ ਹੈ, ਕੁਛ ਨਾ ਕੁਛ ਹੈਗਾ। ਪਰ ਜਿਹੜੇ ਹੈਗੇ ਨੇ ਪ੍ਰਧਾਨ ਦੇ ਨਾਮ ਨੂੰ ਲੈ ਕੇ ਚਰਚਾ, ਉਹਦੇ ਵਿੱਚ ਮੈਨੂੰ ਲੱਗਦਾ ਤਣਾਅ ਨਹੀਂ ਹੈ। ਜਿਹੜਾ ਸਭ ਤੋਂ ਵੱਧ ਤਣਾਅ ਦਾ ਖਤਰਾ ਹੈ ਉੱਥੇ ਤਣਾਅ ਨਹੀਂ ਹੈ। 2 ਨਾਮ ਬਿਲਕੁਲ, ਪਹਿਲਾਂ ਸੁਰਜੀਤ ਸਿੰਘ ਰੱਖੜਾ ਦਾ ਨਾਮ ਵੀ ਵਿੱਚ ਸੀਗਾ, ਪਰ ਹੁਣ ਇਸ ਮੌਕੇ 2 ਨਾਮ ਸਭ ਤੋਂ ਪ੍ਰਮੁੱਖ ਨੇ, ਬੀਬੀ ਸਤਵੰਤ ਕੌਰ ਹੋਰਾਂ ਦਾ, ਠੀਕ ਹੈ ਜੀ, ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਟਵੀਟ ਕੀਤਾ ਕਿ ਵੀ ਜੇ ਬੀਬੀ ਸਤਵੰਤ ਕੌਰ ਹੋਰਾਂ ਦੇ ਨਾਮ ਦੇ ਨਾਲ ਮੇਰਾ ਨਾਮ ਵੀ ਚਲਾਇਆ ਜਾ ਰਿਹਾ ਤਾਂ ਮੇਰਾ ਨਾਮ ਵਾਪਸ ਲੈ ਲਿਆ ਜਾਵੇ, ਫਿਰ ਮੈਨੂੰ ਕੰਸੀਡਰ ਨਾ ਕੀਤਾ ਜਾਵੇ। ਬੀਬੀ ਜੀ ਹੋਰਾਂ ਦੇ ਪਰਿਵਾਰ ਦਾ ਪਿਛੋਕੜ, ਉਹਨਾਂ ਦੀ ਕੁਰਬਾਨੀ ਤੇ ਬੀਬੀ ਜੀ ਨੂੰ ਪਹਿਲ ਕਦਮੀ ਦਿੰਦੇ ਆ, ਮੈਂ ਆਪਣਾ ਨਾਮ ਹਟਾਉਣ ਦੀ ਬੇਨਤੀ ਕਰਦਾ ਕਿ ਫਿਰ ਮੇਰਾ ਨਾਮ ਨਾ ਬਚਿਆ ਜਾਵੇ। ਉਹਨਾਂ ਨੇ ਟਵੀਟ ਕੀਤਾ। ਠੀਕ ਹੈ ਜੀ। ਹੁਣ ਇਸ ਟਵੀਟ ਦੇ ਸਿਆਸੀ ਗਲਿਆਰਿਆਂ 'ਚ ਅੱਡੋ ਅੱਡ ਅਰਥ ਲੱਗ ਰਹੇ ਨੇ। ਕੁਝ ਕਹਿੰਦੇ ਵੀ ਕਿ ਜੈਸਚਰ ਦਿਖਾਇਆ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਕਿ ਵੀ ਜਿਵੇਂ ਮੈਂ ਦਿਖਾਇਆ ਐਵੇਂ ਬੀਬੀ ਵੀ ਨਾ ਲਿਖ ਕੇ ਪਾਵੇ ਕਿ ਹਾਂ ਵੀ ਜੇ ਗਿਆਨੀ ਜੀ ਬਣਦੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਹੈ ਨਾ। ਤੇ ਕੁਝ ਇਹਨੂੰ ਇਸ ਨਜ਼ਰੀਏ ਤੋਂ ਲੈ ਰਹੇ ਨੇ। ਕੁਝ ਕਹਿੰਦੇ ਵੀ ਇਹ ਤਰੀਕਾਕਾਰ ਹੁੰਦਾ ਕਿ ਚਰਚਾ ਕਰਾ ਕੇ ਦੇਖਦੀ ਹੈ ਕਿ ਲੋਕ ਕਿੱਧਰ ਨੂੰ ਵੱਧ ਨੇ, ਕਿੱਧਰ ਨੂੰ ਨਹੀਂ। ਕੁਝ ਕਹਿੰਦੇ ਨਹੀਂ, ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿੰਨੀ ਸਮਝ ਸੂਝ ਰੱਖਦੇ ਨੇ ਉਹਦੇ ਵਿੱਚੋਂ ਇਹ ਬਹੁਤ ਸਿਆਣਪ ਭਰਿਆ ਉਹਨਾਂ ਦਾ ਇਹ ਟਵੀਟ ਹੈ ਕਿ ਤਾਂ ਕਿ ਆਪਸ ਵਿੱਚ ਕਿਸੇ ਨੂੰ ਇਹ ਨਾ ਲੱਗੇ ਸਾਡਾ ਕੋਈ ਵਿਵਾਦ ਕਰਨ, ਕੋਈ ਵੀ ਬਣ ਜਾਵੇ। ਇਹ ਸਾਰੀ ਪ੍ਰਕਿਰਿਆ ਦੇ ਵਿੱਚ 2-3 ਨੁਕਤੇ ਚੰਗੇ ਉੱਥੇ ਸੁਝਾਅ ਆ ਰਹੇ ਨੇ। ਇਹਨਾਂ ਚੋਂ ਇੱਕ ਤਾਂ ਇਹ ਆ ਰਿਹਾ ਕਿ ਵੀ ਆਪਾਂ ਧਾਰਮਿਕ ਵਿੰਗ ਤੇ ਰਾਜਨੀਤਿਕ ਵਿੰਗ ਵੱਖੋ ਵੱਖ ਪ੍ਰਧਾਨ ਬਣਾ ਲਈਏ। ਇੱਕ LGPC ਦੇਖੇ, ਇੱਕ ਰਾਜਨੀਤਿਕ ਦੇਖੇ, ਬਾਅਦ ਚੋਂ
ਮਸਲੇ ਵਿਚਾਰਨ ਲਈ ਇਕੱਠੇ ਬੈਠਿਆ ਕਰੀਏ, ਇਹ ਵੀ ਸੁਝਾਅ ਆਇਆ। ਫਿਰ ਇਹ ਵੀ ਪ੍ਰਕਿਰਿਆ ਜਿਹੜੀ ਲਗਭਗ ਸਹਿਮਤੀ ਬਣ ਗਈ ਹੈ ਜਿਸ ਦੇ ਉੱਤੇ, ਉਹ ਇਹ ਆ ਕਿ ਵੀ ਜਿਹੜਾ ਵੀ ਪ੍ਰਧਾਨ ਬਣੂਗਾ ਉਹਦਾ ਕਾਰਜਕਾਲ 3 ਸਾਲ ਦਾ ਹੋਊਗਾ। ਠੀਕ ਹੈ। ਤੇ ਉਹ ਆਪ ਚਾਹਵੇ ਤੇ ਨਾਲ ਦੇ ਸਾਥੀ ਸਾਰੀ ਟੀਮ ਚਾਹਵੇ ਤਾਂ ਉਹ ਇੱਕ ਕਾਰਜਕਾਲ ਹੋਰ ਪ੍ਰਧਾਨ ਬਣ ਸਕਦਾ, ਦਾਅਵੇਦਾਰ ਹੋ ਸਕਦਾ। ਇਹਦਾ ਮਤਲਬ ਕੁੱਲ ਬੰਦਾ 6 ਸਾਲ ਹੀ ਪ੍ਰਧਾਨ ਹੋਊਗਾ, ਉਸ ਤੋਂ ਬਾਅਦ ਨਹੀਂ। ਤੇ ਇਸ ਤਰ੍ਹਾਂ ਮਤਲਬ ਕਿ ਇੱਕ ਪਰਿਵਾਰਵਾਦ ਦਾ ਗਲਵੇ ਦਾ ਖਤਰਾ ਖਤਮ ਹੁੰਦਾ। ਸਹੀ ਹੈ। ਦੂਸਰਾ, ਪ੍ਰਧਾਨ ਬਣਨ ਦੀ ਦੌੜ ਦਾ ਮੁਕਾਬਲਾ ਇਸ ਲਈ ਘਟ ਜਾਂਦਾ ਜਦੋਂ ਇਹ ਤੈਅ ਕਰਤਾ ਕਿ ਜਿਹੜਾ ਵੀ ਪ੍ਰਧਾਨ ਬਣੂਗਾ ਉਹ ਰਾਜਨੀਤਿਕ ਚੋਣ ਨਹੀਂ ਲੜੂਗਾ। ਮਤਲਬ MLA MP ਦੀ ਚੋਣ ਨਹੀਂ ਲੜੂਗਾ। ਜੇ MLA MP ਦੀ ਚੋਣ ਨਹੀਂ ਲੜੂਗਾ ਫਿਰ ਸਮਝ ਲਓ ਮੁੱਖ ਮੰਤਰੀ ਦਾ ਦਾਅਵੇਦਾਰ ਵੀ ਨਹੀਂ ਹੋਊਗਾ। ਉਹ ਇੱਥੇ ਰਾਜਾ ਵੜਿੰਗ ਦੀਆਂ ਲੱਤਾਂ ਇਸ ਲਈ ਖਿੱਚੀਆਂ ਜਾ ਰਹੀਆਂ ਨੇ ਕਿ ਕਾਂਗਰਸ ਦੇ ਕਲਚਰ ਹੈ ਕਿ ਪ੍ਰਧਾਨ ਦਾ ਨਾਂ ਅੱਗੇ ਵੱਧ ਜਾਂਦਾ ਕਈ ਵਾਰ। ਸੋ ਇਸ ਲਈ ਉੱਥੇ ਕਈ ਪ੍ਰਧਾਨ ਬਣਨ ਲਈ ਕਾਲੇ ਨੇ, ਇੱਥੇ ਕਈ ਪ੍ਰਧਾਨ ਬਣਨ ਲਈ ਫਿਰ ਤਿਆਰ ਨਹੀਂ ਹੋਣਗੇ ਕਿ ਸਾਡਾ ਤਾਂ ਰਾਜਨੀਤਿਕ ਭਵਿੱਖ ਮਰ ਜੂਗਾ। ਇਸ ਲਈ ਇਹਦੇ ਵਿੱਚ ਇਹ ਇੱਕ ਪਲੱਸ ਪੁਆਇੰਟ ਵੀ ਜਾਂਦਾ। ਸੋ ਕੁੱਲ ਮਿਲਾ ਕੇ ਜੋ ਸੰਭਾਵਨਾ ਇਸ ਸਮੇਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਤੱਕ ਹੈ, ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਸਹਿਮਤੀ ਬਣਦੀ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹੀ ਪ੍ਰਧਾਨ ਬਣਾਇਆ ਜਾਊਗਾ ਕਿਉਂਕਿ ਮੰਨਿਆ ਜਾ ਰਿਹਾ ਕਿ ਜਿਹੋ ਜਿਹੀ ਰਾਜਨੀਤੀ ਹੋ ਰਹੀ ਹੈ, ਜਿਹੋ ਜਿਹੇ ਸਵਾਲ ਜਵਾਬ ਹੁੰਦੇ ਨੇ, ਜਿਹੋ ਜਿਹਾ ਤਰੀਕਾਕਾਰ ਹੁੰਦਾ ਉਹਦੇ ਵਿੱਚ ਜੀ ਜਵਾਬ ਦੇਣ ਲਈ ਉਹ ਜੀ ਸਾਹਮਣੇ ਆਉਣਾ ਚਾਹੀਦਾ। ਉਹ ਪ੍ਰਕਿਰਿਆ ਉਹਦੇ ਵਿੱਚ ਮਹਾਰਤ ਰੱਖਦੇ ਨੇ, ਜਦੋਂ ਕਿ ਬੀਬੀ ਹੋਰੀ ਵੀ ਸਮਝ ਪੱਖੋਂ ਕਿਸੇ ਪੱਖੋਂ ਕਮਜ਼ੋਰ ਨਹੀਂ ਹੈਗੇ, ਹੈ ਨਾ। ਪਰ ਫਿਰ ਵੀ ਇਹ ਅੰਦਰ ਦੇ ਜੋ ਨੁਕਤੇ ਨੇ ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਕਿ ਇਸ ਲਈ ਉਹ 2 ਨਾਮ ਵਿਚਾਰਧੀਨ ਨੇ ਅਜੇ ਵੀ, ਤੇ ਪਰ ਉਹਨਾਂ ਚੋਂ ਗਿਆਨੀ ਹਰਪ੍ਰੀਤ ਸਿੰਘ ਦਾ ਮੰਨਿਆ ਜਾ ਰਿਹਾ ਕਿ ਪ੍ਰਧਾਨ ਉਹ ਬਣਨਗੇ। ਪਰ ਸਵਾਲ ਇਹਦੇ ਵਿੱਚ ਜਿਹੜਾ ਵੱਡਾ ਖੜਾ ਹੈ ਉਹ ਇਹ ਖੜਾ ਕਿ ਇੱਕ ਤਾਂ ਜੇ 2 ਦਿਨ ਪਹਿਲਾਂ ਹੀ ਇਜਲਾਸ ਤੋਂ 3 ਦਿਨ ਪਹਿਲਾਂ ਹੀ ਤੁਹਾਡੇ ਅੰਦਰ ਤਣਾਅ, ਕੋਈ ਗੁੱਸੇ ਹੋ ਕੇ ਚੱਲਿਆ, ਕੋਈ ਆ ਰਿਹਾ, ਇਹਦਾ ਮਤਲਬ ਤੁਸੀਂ ਆਪਣੇ ਪੁਰਾਣੀਆਂ ਹਉਮੈ ਹੰਕਾਰ ਅਜੇ ਛੱਡੇ ਨਹੀਂ, ਹੈ ਨਾ। ਤੇ ਦੂਸਰਾ, ਜੇ ਤੁਸੀਂ ਇਹੀ ਕਰਨਾ ਹੈ ਕਿ ਹਾਂ ਵੀ ਆਪਾਂ ਪਹਿਲਾਂ ਹੀ ਮੀਟਿੰਗ ਤੋਂ ਪਹਿਲੇ, ਇਜਲਾਸ ਤੋਂ ਪਹਿਲਾਂ ਹੀ ਆਪਾਂ ਸਹਿਮਤੀ ਕਰ ਲਈਏ, ਇਹਨੂੰ ਬਣਾ ਲਓ ਉਹਨੂੰ ਬਣਾ ਲਓ, ਫਿਰ ਡੈਲੀਗੇਟਾਂ ਦਾ ਕੀ ਅਰਥ ਰਹਿ ਗਿਆ? ਫਿਰ ਡੈਲੀਗੇਟ ਕਾਹਦੇ ਲਈ ਚੁਣੇ ਨੇ? ਫਿਰ ਜੇ ਉਹਨਾਂ ਨੇ ਨਹੀਂ ਚੁਣਨਾ ਤੁਸੀਂ ਉਹ ਚੁਣ ਕੇ ਦੇਣੇ ਆ। ਅਸਲ 'ਚ ਕੀ ਹੈ ਕਿ ਆਪਾਂ ਜਦੋਂ ਇੱਕ ਨੌਕਰੀ ਛੱਡ ਕੇ ਦੂਜੀ ਨੌਕਰੀ ਚਾਹੁੰਦੇ ਆ ਨਾ, ਤੇ ਆਪਾਂ ਪਿਛਲੇ ਦਫ਼ਤਰ ਨੂੰ ਵੀ ਨਾਲ ਚੱਕੀ ਫਿਰਦੇ ਹੁੰਦੇ, ਹੈ ਨਾ। ਨਵੀਂ ਨੌਕਰੀ ਤੇ ਆ ਕੇ ਵੀ ਕੋਈ ਨੁਕਤਾ ਫਸ ਜਾਵੇ, ਕੋਈ ਮਸਲਾ ਆ ਜਾਵੇ, ਕੋਈ ਸਵਾਲ ਆ ਜਾਵੇ, ਸਾਡੇ ਉੱਥੇ ਐ ਹੁੰਦਾ ਸੀ ਜੀ, ਅਸੀਂ ਉੱਥੇ ਐਂ ਕਰਦੇ ਸੀ ਜੀ, ਅਸੀਂ ਉਹਦਾ ਹਵਾਲਾ ਵੀ ਉੱਥੇ ਆ ਕੇ ਦੇਣ ਲੱਗ ਜਾਂਦੇ ਹਾਂ। ਸੋ ਹੁਣ ਇਹ ਸਾਰੇ ਆਏ ਤਾਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਵਾਲੀ ਨੌਕਰੀ ਤੋਂ ਹੀ ਨੇ ਨਾ। ਸੋ ਇਸ ਲਈ ਉਹ ਨੁਕਤੇ ਜੇ ਫਸੇ ਹੋਏ ਨੇ, ਉੱਥੇ ਵਾਲੇ ਫਾਰਮੂਲੇ ਫਿਰ ਇੱਥੇ ਚਲਾਉਣ ਦੀ ਕੋਸ਼ਿਸ਼ ਮੈਨੂੰ ਤਾਂ ਹੋਣ ਲੱਗ ਪਈ ਆ। ਸੋ ਫਿਰ ਨਵੇਕਲਾ ਕੀ ਹੋਊਗਾ, ਫਿਰ ਨਵਾਂ ਕੀ ਹੋਊਗਾ? ਇਸ ਲਈ ਇਹ ਚੁਣੌਤੀ ਵੀ ਨਾਲ ਮੂਹਰੇ ਖੜੀ ਹੈ। ਦੂਸਰਾ, ਠੀਕ ਹੈ, ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਮਿਲਿਆ, ਪਰ ਇਹਨਾਂ ਨੇ ਮੀਟਿੰਗ 'ਚ ਧਾਮੀ ਹੋਰਾਂ ਨੂੰ ਫੋਨ ਮਿਲਾ ਲਿਆ ਤੇ ਫੋਨ ਮਿਲਾ ਕੇ ਕਿਹਾ ਜੀ ਕਿ ਦੱਸੋ ਜੀ, ਫਿਰ ਇਨਕਾਰ ਕਰ ਦਿਓ, ਜਨਤਕ ਸਾਰੇ ਸੁਣ ਰਹੇ ਆ ਅਸੀਂ ਸਾਥੀ ਤੁਹਾਨੂੰ। ਉਹਨਾਂ ਨੇ ਕਿਹਾ ਚਲੋ ਮੈਂ ਭਾਈ ਗੁਰਦਾਸ ਸਾਲ ਦਾ ਪ੍ਰਬੰਧ ਕਰਾ ਦੇਣਾ ਤੁਹਾਨੂੰ ਜੀ, ਤੇ ਭਾਈ ਗੁਰਦਾਸ ਸਾਲ ਦੀ ਸਹਿਮਤੀ ਮਿਲ ਗਈ ਹੈ ਇਹਨਾਂ ਨੂੰ। ਠੀਕ ਹੈ। ਸੋ ਹੁਣ ਇਜਲਾਸ ਤਾਂ ਉੱਥੇ ਹੋ ਜਾਏਗਾ, ਹੈ ਨਾ। ਪਰ ਸਵਾਲ ਤਾਂ ਇਹ ਹੈ ਕਿ ਇਜਲਾਸ ਤੋਂ ਬਾਅਦ ਤੁਸੀਂ ਟੀਮ ਵੀ ਚੁਣ ਲਓਗੇ, ਚਲੋ ਚਾਹੇ ਰੌਲੇ ਰੱਪੇ ਚੁਣੋ ਚਾਹੇ ਸਹਿਮਤੀ ਨਾਲ ਚੁਣੋ। ਜਦੋਂ ਕਿ ਮੈਂ ਪਹਿਲਾਂ ਦੱਸ ਰਿਹਾ ਕਿ ਪ੍ਰਧਾਨਗੀ ਦੇ ਨਾਮ ਨੂੰ ਲੈ ਕੇ ਕੋਈ ਮਸਲਾ ਨਹੀਂ ਹੈ, ਮਸਲਾ ਹੋਰ ਈਗੋ ਨੂੰ ਲੈ ਕੇ ਹੈ, ਹੋਰ ਕਈ ਉਹਨਾਂ ਨੂੰ ਲੈ ਕੇ ਹੈ। ਪਰ ਇਹ ਯਾਦ ਰੱਖਣਾ ਚਾਹੀਦਾ ਕਿ ਉਸ ਦੇ ਨਾਲ ਨਾਲ ਤੁਹਾਨੂੰ ਆਪਣਾ ਏਜੰਡਾ ਵੀ ਦੇਣਾ ਪੈਣਾ, ਤੁਹਾਨੂੰ ਆਪਣਾ ਅਗਲਾ ਰਾਜਨੀਤਿਕ ਰੋਡ ਮੈਪ ਵੀ ਦੇਣਾ ਪੈਣਾ। ਤੇ ਪੰਜਾਬ ਦੇ ਮੁੱਦਿਆਂ ਦੀ ਹੁਣ ਤੱਕ ਤਾਂ ਤੁਸੀਂ ਡੈਲੀਗੇਟ ਇਕੱਠੇ ਕਰ ਰਹੇ ਹਾਂ ਜੀ, ਅਸੀਂ ਮੈਂਬਰਸ਼ਿਪ ਕਰ ਰਹੇ ਹਾਂ ਜੀ, ਅਸੀਂ ਤਾਂ ਜੀ ਮਤਲਬ ਕਿ 5 ਮੈਂਬਰੀ ਕਮੇਟੀ ਵਜੋਂ ਹਾਂ ਜੀ, ਅਜੇ ਕੋਈ ਪਾਰਟੀ ਨਹੀਂ, ਕੋਈ ਬਿਆਨ ਨਹੀਂ ਦੇ ਸਕਦੇ। 11 ਤਰੀਕ ਨੂੰ 11 ਵਜੇ ਤੋਂ ਬਾਅਦ ਤੁਹਾਨੂੰ ਬਿਆਨ ਵੀ ਦੇਣੇ ਪੈਣੇ ਆ, ਧਰਾਤਲ ਤੇ ਪੰਜਾਬ ਦੇ ਮੁੱਦਿਆਂ ਤੇ ਖੜਨਾ ਵੀ ਪੈਣਾ, ਤੁਹਾਡਾ ਉਹਦੇ ਸਟੈਂਡ ਕੀ ਹੋਊਗਾ ਉਹ ਸਾਰਾ ਕੁਝ ਉਹ ਵੀ ਦੇਖਣਾ ਪੈਣਾ। ਸੋ ਉੱਥੇ ਕਾਫੀ ਕੁਝ ਸਪਸ਼ਟ ਹੋਣਾ। ਸੋ ਹੁਣ ਜਦੋਂ ਮੈਦਾਨ 'ਚ ਨਿੱਤਰਨਾ ਫਿਰ ਡਰ ਕਾਹਦਾ, ਫਿਰ ਤਾਂ ਹੁਣ ਤਿਆਰੀ ਕਰਕੇ ਹੀ ਆਉਣਾ ਚਾਹੀਦਾ ਜੀ। ਦੇਖਦੇ ਹਾਂ, ਪਰ ਅਜੇ ਕਸਮਕਸ਼ ਕਾਫੀ ਹੈਗੀ ਅੰਦਰ। ਹਾਂਜੀ, ਰਾਜਨੀਤਿਕ ਬੰਦੇ ਇਕੱਠੇ ਹੋਏ ਹੋਣ ਤੇ ਕਸ਼ਮਕਸ਼ ਹੋਵੇ ਨਾ ਹੋਵੇ, ਇਹ ਹੋ ਨਹੀਂ ਸਕਦਾ ਸ਼ਰਮਾ ਜੀ। ਬਾਕੀ ਉਹ ਗੱਲ ਤੁਹਾਡੀ ਸਹੀ ਹੈ ਵੀ ਆਦਤਾਂ ਤਾਂ ਪੁਰਾਣੀਆਂ ਹੀ ਲੈ ਕੇ ਆਏ ਨੇ ਨਾ, ਉਸ ਢਾਂਚੇ ਦੇ ਵਿੱਚ ਵਿਚਰਦੇ ਆ, ਇੰਨੇ ਸਾਲ ਲਾਏ ਨੇ, ਉਹ ਫਿਰ ਚੀਜ਼ਾਂ ਜਾਂਦੀਆਂ ਥੋੜ੍ਹੋ ਵਿੱਚ। ਪਰ ਜੇ ਪੰਜਾਬ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ, ਪੰਜਾਬ ਨੂੰ ਏਜੰਡੇ ਦੀ ਲੋੜ ਹੈ, ਕੰਸਟਰਕਟਿਵ ਰੋਡ ਮੈਪ ਦੀ ਲੋੜ ਹੈ, ਉਹਨੂੰ ਕਿਸੇ ਵਿਅਕਤੀ ਵਿਸ਼ੇਸ਼ ਦੀ ਲੋੜ ਨਹੀਂ ਹੈ। ਇੱਕ ਏਜੰਡੇ ਦੇ ਉੱਤੇ ਖੜ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ ਲੋੜ ਆ ਅਸਲ ਦੇ ਵਿੱਚ, ਪੁਰਾਣੇ ਮੁੱਦਿਆਂ ਨੂੰ ਨਵੇਂ ਤਰੀਕੇ ਦੇ ਨਾਲ ਛੂਹਣ ਦੀ ਲੋੜ ਆ ਅਸਲ ਦੇ ਵਿੱਚ, ਜਾਂ ਜਿਹੜੀਆਂ ਸੰਘਰਸ਼ੀਲ ਧਿਰਾਂ ਨੇ ਉਹਨਾਂ ਦੇ ਸੰਘਰਸ਼ ਨੂੰ ਕਿਵੇਂ ਦੇਖਦਾ ਤੇ ਕਿਵੇਂ ਲੀਡ ਕਰਨ ਦੀ ਸਮਰੱਥਾ ਉਹਦੀ ਲੋੜ ਆ। ਪ੍ਰਵੀਨ ਜੀ, ਮੰਨੋ ਚਾਹੇ ਨਾ ਮੰਨੋ ਜੀ, ਪ੍ਰਧਾਨਗੀ ਲਈ ਨਾਮ ਬਚਦਿਆਂ ਇਹ ਵੀ ਧਿਆਨ ਜ਼ਰੂਰ ਰੱਖਿਆ ਜਾ ਰਿਹਾ ਹੋਊਗਾ ਕਿ ਕਿਸ ਪ੍ਰਧਾਨ ਦੇ ਰਾਹੀਂ ਕੇਂਦਰ ਨਾਲ ਰਿਸ਼ਤਾ ਵੀ ਬਣ ਸਕਦਾ, ਕਿਸ ਪ੍ਰਧਾਨ ਦੇ ਰਾਹੀਂ ਜੇ ਬੀਜੇਪੀ ਨਾਲ ਗੱਠਜੋੜ ਕਰਨਾ ਉਹ ਵੀ ਰਾਹ ਖੁੱਲ ਸਕਦਾ, ਬੀਬੀ ਦੇ ਬਣ ਨਾਲ ਕੀ ਅੜਿੱਕਾ ਆ ਸਕਦਾ ਇਸ ਦੇ ਵਿੱਚ, ਇਹ ਵੀ ਸੋਚਿਆ ਜਾ ਰਿਹਾ। ਬਿਲਕੁਲ ਬਿਲਕੁਲ।
ਜੀ 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 ਜੇ ਦੇਖੋ ਹੁਣੇ ਇੰਨੇ ਸਿਆਸੀ ਜੋੜ ਤੋੜ ਕੀਤੇ ਜਾ ਰਹੇ ਨੇ, ਫਿਰ ਲੋਕ ਵੀ ਕਰ ਲੈਣਗੇ, ਫਿਰ ਲੋਕ ਕਿਹੜਾ ਕਿਤੇ ਗਏ ਨੇ, ਲੋਕ ਵੀ ਆਪਣੇ ਹਿਸਾਬ ਨਾਲ ਜੋੜ ਤੋੜ ਕਰ ਲੈਣਗੇ ਸ਼ਰਮਾ ਜੀ। ਅਗਲੀ ਗੱਲ ਕਰੀਏ ਆਪਾਂ ਮੋਦੀ ਦੀ, ਕਹਿੰਦੇ ਅਮਰੀਕਾ ਨੂੰ ਟੇਢਾ ਜਿਹਾ ਜਵਾਬ ਦੇਤਾ। ਇਧਰੋਂ ਤਾਂ ਬੇਸ਼ੱਕ ਚਲੋ ਰਿਸ਼ਤਿਆਂ ਦੇ ਵਿੱਚ ਜਿਹੜੇ ਦੋਸਤ ਸੀਗੇ ਅਬਕੀ ਵਾਰ ਟਰੰਪ ਸਰਕਾਰ ਨਾਲ ਰਿਸ਼ਤੇ ਉਹ ਨਹੀਂ ਰਹੇ, ਦੋਸਤ ਨਾ ਰਹਾ। ਕਹਿੰਦੇ ਹੁਣ ਪੁਤਿਨ ਨੂੰ ਫੋਨ ਮਿਲਾ ਲਿਆ ਜੀ। ਹਾਂ ਬਿਲਕੁਲ ਜੀ, ਪੁਤਿਨ ਨੂੰ ਦੱਸਤਾ ਕਿ ਮੇਰਾ ਫਰੈਂਡ ਹੈ ਪੁਤਿਨ। ਅੱਛਾ। ਸੋ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਆਪਾਂ ਪਿਛਲੇ ਕੁਝ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਜੇ ਤੁਸੀਂ ਨਾਮ ਨਹੀਂ ਵੀ ਲੈਣਾ ਤਾਂ ਵੀ ਤੁਹਾਡੀ ਕੋਈ ਨੀਤੀ ਹੋਣੀ ਚਾਹੀਦੀ ਆ, ਕੋਈ ਪਾਲਿਸੀ ਤਹਿਤ ਕੋਈ ਇੱਕ ਏਜੰਡਾ ਹੁੰਦਾ ਤਾਂ ਨਹੀਂ, ਆਪਾਂ ਕੂਟਨੀਤੀ ਜਿਵੇਂ ਕਹੀਏ। ਸੋ ਮੈਨੂੰ ਲੱਗਦਾ ਕਿ ਮੋਦੀ ਹੋਰਾਂ ਨੇ ਹੁਣ ਆਪਣੀ ਕੂਟਨੀਤੀ ਦਾ ਪ੍ਰਗਟਾਵਾ ਕੀਤਾ ਹੈ। ਹਾਂਜੀ, ਭਾਰਤੀ ਸਿਆਸੀ ਫਿਜ਼ਾ ਦੇ ਵਿੱਚ ਜੋ ਸਥਿਤੀ ਬਣੀ ਹੋਈ ਆ ਅੰਤਰਰਾਸ਼ਟਰੀ ਪੱਧਰ ਤੇ, ਖਾਸ ਕਰ ਅਮਰੀਕਾ ਵਾਲੇ ਮਸਲੇ ਤੇ, ਮੈਨੂੰ ਲੱਗਦਾ ਉਹਦਾ ਜਵਾਬ ਦੇਣ ਦਾ ਇੱਕ ਬਿਹਤਰ ਤਰੀਕਾ ਚੁਣਿਆ। ਠੀਕ ਹੈ। ਸੋ ਨਰਿੰਦਰ ਮੋਦੀ ਹੋਰਾਂ ਤੋਂ ਜਿਹੜੀ ਆਪਾਂ ਕੁਝ ਲੰਮੇ ਸਮੇਂ ਤੋਂ ਤਵੱਕੋ ਕਰ ਰਹੇ ਸੀਗੇ ਵੀ ਉਹ ਨਾਂ ਨਹੀਂ ਲੈ ਰਹੇ ਹੈ ਨਾ, ਉਹ ਬਿਆਨ ਨਹੀਂ ਦੇ ਰਹੇ, ਉਹ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਨੇ, ਹੁਣ ਵੀ ਟਰੰਪ ਦਾ ਨਾਂ ਨਹੀਂ ਲਿਆ। ਪਰ ਇੱਕ ਮੀਡੀਆ ਦੇ ਵਿੱਚ ਖਬਰ ਜ਼ਰੂਰ ਮਤਲਬ ਤਰਲ ਪਦਾਰਥ ਮੰਗ ਛੱਡ ਦਿੱਤੀ ਗਈ ਹੈ, ਕਿਆ ਚੱਕੋ ਜੀ, ਹੈ ਨਾ, ਕਿ ਉਹ ਫੈਲ ਗਈ ਫਿਰ ਅਖਬਾਰ ਦੇ ਪੰਨਿਆਂ ਦੇ ਉੱਤੇ, ਉਹ ਫੈਲ ਗਈ ਟੀਵੀ ਚੈਨਲ ਦੇ ਸਕਰੀਨਾਂ ਦੇ ਉੱਤੇ ਕਿ ਜੀ ਟਰੰਪ ਨੂੰ 35 ਮਿੰਟ ਫੋਨ ਤੇ ਗੱਲਬਾਤ ਕੀਤੀ ਸੀ ਨਰਿੰਦਰ ਮੋਦੀ। ਠੀਕ ਹੈ। ਅੱਛਾ। ਇਹ ਗੱਲ ਕਹਿ ਤੌਰ ਤੇ ਕਿਹਾ ਜਾ ਰਿਹਾ ਕਿ 17 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਿਚਾਲੇ 35 ਮਿੰਟ ਦੀ ਗੱਲਬਾਤ ਹੋਈ ਹੈ ਨਾ। ਇਹ ਮਿਲ ਰਹੀ ਜਾਣਕਾਰੀ ਦੇ ਆਧਾਰ ਤੇ ਹੈ ਜੀ, ਇਹ ਇੱਕ ਜਾਰੀ ਰਿਪੋਰਟ ਦੇ ਆਧਾਰ ਤੇ ਹੈ ਜੀ। ਕਿਹੜੀ ਰਿਪੋਰਟ, ਕਿਹੜੀ ਜਾਣਕਾਰੀ, ਕਿਹਨੇ ਜਾਰੀ ਕੀਤੀ, ਕੌਣ ਹੈ, ਇਹਦਾ ਕੋਈ ਤੱਥਸਾਰ ਨਹੀਂ। ਇਹਦਾ ਮਤਲਬ ਜਿਹੜੀਆਂ ਸਕ੍ਰਿਪਟਾਂ ਦੀ ਗੱਲ ਤੁਰਦੀ ਹੈ ਕਿ ਮੀਡੀਆ ਕੀ ਬੋਲੂਗਾ ਕੀ ਨਹੀਂ, ਉਹ ਪੀਐਮਓ ਹਾਊਸ ਤੋਂ ਆਉਣ ਦੀਆਂ ਚਰਚਾਵਾਂ ਦੇ ਦੋਸ਼ ਲਾਉਂਦੇ ਆ ਕਈ ਲੋਕ ਕਿ ਉਸ ਨੂੰ ਸੱਚਾਈ ਮੰਨੀਏ ਕਿ ਉਹਦੇ ਆਧਾਰ ਦੇ ਉੱਤੇ ਇਹ ਲੋਕਾਂ ਦਾ ਰੋਸਾ ਠੰਡਾ ਕਰਨ ਦਾ ਤਰੀਕਾ। ਉਹਦੇ ਵਿੱਚ ਕਿਹਾ ਗਿਆ ਕਿ 17 ਜੂਨ ਨੂੰ ਮੋਦੀ ਨੇ 35 ਮਿੰਟ ਟਰੰਪ ਨਾਲ ਗੱਲਬਾਤ ਕਰਕੇ ਉਹਨੂੰ ਸਪਸ਼ਟ ਕਹਿਤਾ ਸੀਗਾ ਕਿ ਜੀ ਅਸੀਂ ਤਾਂ ਜੀ ਪਾਕਿਸਤਾਨ ਦੀ ਬੇਨਤੀ ਦੇ ਉੱਤੇ ਉਹਨਾਂ ਦੀਆਂ ਲੇਲੜੀਆਂ ਕੱਢੀਆਂ ਜੀ ਉਹਨਾਂ ਨੇ, ਤਾਂ ਅਸੀਂ ਗੋਲੀਬੰਦੀ ਕੀਤੀ ਹੈ ਜੀ, ਤੁਹਾਡੇ ਕਹਿਤੇ ਨਹੀਂ ਕੀਤੀ। ਕਹਿੰਦੇ ਟਰੰਪ ਨੂੰ ਸਿੱਧਾ ਕਹਿਤਾ ਸੀ। ਮਤਲਬ ਜੇ ਟਰੰਪ ਨੂੰ ਫੋਨ ਤੇ ਸਿੱਧਾ ਕਹਿਤਾ ਸੀ ਤਾਂ ਫਿਰ ਮੀਡੀਆ 'ਚ, ਸੰਸਦ 'ਚ, ਇਹਨਾਂ ਦੇਸ਼ ਦੀ ਜਨਤਾ ਸਾਹਮਣੇ ਕਹਿਣ 'ਚ ਕੀ ਹਰਜ ਹੈ? ਉੱਥੇ ਕਿਉਂ ਨਹੀਂ ਨਾਮ ਲਿਆ? ਕਹਿੰਦੇ ਜੀ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਵੀ ਕੈਨੇਡਾ ਸੀਗੇ, ਸਾਡੇ ਵਾਲੇ ਪ੍ਰਧਾਨ ਮੰਤਰੀ ਵੀ ਕੈਨੇਡਾ ਗਏ ਸੀ ਉਹ ਸਿਖਰ ਸੰਮੇਲਨ ਦੇ ਵਿੱਚ, ਉੱਥੇ ਮੁਲਾਕਾਤ ਹੋਣੀ ਸੀ, ਉਹ ਮੁਲਾਕਾਤ ਹੋ ਨਹੀਂ ਸਕੀ, ਟਰੰਪ ਪਹਿਲਾਂ ਚਲੇ ਗਏ, ਉਸ ਤੋਂ ਬਾਅਦ ਫਿਰ ਇਹ ਫੋਨ ਕਾਲ ਤੇ ਗੱਲਬਾਤ ਹੋਈ ਹੈ ਜੀ। ਕਹਿੰਦੇ ਉੱਥੇ ਸਾਰਾ ਕੁਝ ਕਰਤਾ ਸੀ, ਪਰ ਉਸ ਤੋਂ ਵਿਗੜਦਿਆਂ ਹੁਣ ਫੋਨ ਹੋਇਆ ਜਾਂ ਨਹੀਂ ਹੋਇਆ ਜੀ, ਇਹ ਤਾਂ ਮੋਦੀ ਜਾਂ ਟਰੰਪ ਜਾਣ, ਜਾਂ ਟਰੰਪ ਵੀ ਇਹਦੇ ਤੇ ਕੋਈ ਬਿਆਨ ਦੇ ਦੇਣਗੇ, ਹੈ ਨਾ। ਪਰ ਮਤਲਬ ਕਿ ਆਪਣੇ ਆਪ ਨੂੰ ਜਨਤਾ ਦੀ ਕਚਹਿਰੀ 'ਚ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਅਜੇ ਵੀ ਪਬਲਿਕਲੀ ਨਾਮ ਲੈਣ ਤੋਂ ਟਰੰਪ ਦਾ ਮੋਦੀ ਸਰਕਾਰ ਕਿਉਂ ਝਿਜਕਦੀ ਹੈ, ਜਾਂ ਨਰਿੰਦਰ ਮੋਦੀ ਖੁਦ ਕਿਉਂ ਝਿਜਕਦੇ, ਸਵਾਲ ਖੜਾ ਹੈ। ਪਰ ਇਹ ਸਾਰੇ ਪਹਿਲੂਆਂ ਦੇ ਦਰਮਿਆਨ ਜਿਸ ਤਰ੍ਹਾਂ ਉਹ ਧਾਵਾ ਬੋਲ ਰਿਹਾ ਸੀ, ਕਿਆ ਚੱਕੋ 25% ਟੈਰਿਫ, ਅਗਲੇ 21 ਦਿਨਾਂ ਬਾਅਦ ਫਿਰ 50% ਹੋ ਜਾਊਗਾ। ਹੁਣ ਉਹ ਧਮਕੀ ਦੇਣ ਲੱਗ ਪਿਆ ਵੀ ਕਿ ਮੈਂ ਟ੍ਰੇਡ ਦੀ ਗੱਲ ਨਹੀਂ ਕਰੂੰਗਾ ਜਦੋਂ ਤੱਕ ਟੈਰਿਫ ਵਾਲਾ ਮਸਲਾ ਨਹੀਂ ਨਿਬੜਦਾ, ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਜਦੋਂ ਤੱਕ ਤੁਸੀਂ ਰੂਸ ਤੋਂ ਤੇਲ ਲੈਣਾ ਨਹੀਂ ਬੰਦ ਕਰਦੇ। ਉਹ ਸਭ ਦੇ ਦਰਮਿਆਨ ਇਹ ਸਹੀ ਜਵਾਬ ਦਿੱਤਾ ਨਰਿੰਦਰ ਮੋਦੀ ਹੋਰਾਂ ਨੇ। ਇਹ ਸਿੱਧਾ ਅਮਰੀਕਾ ਨੂੰ ਜਵਾਬ ਆ, ਸਮਝ ਆਉਂਦਾ। ਪੁਤਿਨ ਨੂੰ ਫੋਨ ਮਿਲਾਉਣਾ, ਗੱਲਬਾਤ ਕਰਨਾ, ਜੇਕਰ ਇਹ ਦਰੁਸਤ ਹੈ, ਮਤਲਬ ਕਿ ਹੁਣ ਸਾਰੇ ਮੀਡੀਆ ਨੇ ਖਬਰ ਸਾਹਮਣੇ ਲਿਆਂਦੀ ਹੈ ਤੇ ਉਸ ਹਵਾਲੇ ਨਾਲ ਇਹ ਚਰਚਾ ਨਿਕਲ ਕੇ ਆ ਗਈ ਹੈ, ਕਿਉਂਕਿ ਅਜੀਤ ਡੋਵਾਲ ਹੋਰੀ ਮਾਸਕੋ ਦੇ ਵਿੱਚ ਕਹਿੰਦੇ ਉਹਨਾਂ ਨੂੰ ਮਿਲੇ ਨੇ ਤੇ ਉਹ ਤੋਂ ਬਾਅਦ ਇਹ ਰਾਹ ਅਖਤਿਆਰ ਕੀਤਾ ਗਿਆ ਹੋਏਗਾ, ਉਹਨਾਂ ਨੇ ਇਸ ਮਾਹੌਲ ਨੂੰ ਬਣਾਇਆ ਹੋਏਗਾ ਤੇ ਉਹ ਤੋਂ ਬਾਅਦ ਨਰਿੰਦਰ ਮੋਦੀ ਨਾਲ ਗੱਲ ਹੋਈ ਹੈ ਤੇ ਕਹਿੰਦੇ ਨਰਿੰਦਰ ਮੋਦੀ ਉਹਨਾਂ ਨੂੰ ਸਪਸ਼ਟ ਕਹਿਤਾ ਕਿ ਵੀ ਆਪਾਂ ਮਿੱਤਰ ਆ, ਤੁਹਾਡਾ ਸਵਾਗਤ ਹੈ। ਅਸਲ 'ਚ ਪੁਤਿਨ ਦਾ ਭਾਰਤ ਦੌਰਾ ਤੈਅ ਹੈ ਜੀ ਆਖਰ ਦੇ ਵਿੱਚ 2025 ਦੇ ਅਖੀਰ ਦੇ ਵਿੱਚ, ਮਤਲਬ ਦਸੰਬਰ ਦੇ ਲਗਭਗ। ਸੋ ਉਹਦੇ ਲਈ ਕਹਿੰਦੇ ਵੈਲਕਮ ਵੀ ਕਹਿ ਦਿੱਤਾ ਤੇ ਨਰਿੰਦਰ ਮੋਦੀ ਨੇ ਇਸ ਫੋਨ ਗੱਲਬਾਤ ਨੇ, ਚਾਹੇ ਉਹਦੇ ਵਿੱਚ ਕੋਈ ਗੱਲ ਨਾ ਹੋਈ ਹੋਵੇ, ਤਾਂ ਵੀ ਅਮਰੀਕਾ ਨੂੰ ਇੱਕ ਤਰ੍ਹਾਂ ਦਾ ਜਵਾਬ ਦਿੱਤਾ। ਇਹ ਇੱਕ ਰਾਜਨੀਤਿਕ ਫੈਸਲਾ, ਇੱਕ ਰਾਜਨੀਤਿਕ ਦਾ ਦਿਖਦਾ। ਤੇ ਦੂਸਰੇ ਪਾਸੇ ਨਰਿੰਦਰ ਮੋਦੀ ਚੀਨ ਜਾ ਰਹੇ ਨੇ, ਸੰਘਈ ਜਿਹੜਾ ਗਰੁੱਪ ਹੈ ਉਹ ਫਿਰ ਐਕਟਿਵ ਹੋ ਗਿਆ, ਹੈ ਨਾ। ਬ੍ਰਾਜ਼ੀਲ ਜਿਵੇਂ ਜਵਾਬ ਦੇ ਰਿਹਾ ਅਮਰੀਕਾ ਨੂੰ, ਉਹਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਹੈ ਕਿ ਭਰਾਵਾ ਜੀ ਅਸੀਂ ਖੜ ਸਕਦੇ, ਤੂੰ ਵੀ ਖੜ ਜਾ, ਹੈ ਨਾ, ਕਿ ਤੂੰ ਤਾਂ ਵਿਸ਼ਵ ਗੁਰੂ ਹੈ, ਕਿ ਤੇਰੀਆਂ ਲੱਤਾਂ ਕਿਉਂ ਨਹੀਂ ਭਾਰ ਚੱਲਦੀਆਂ। ਸੋ ਲੱਗਦਾ ਕਿ ਉਹਦਾ ਕਿਹਾ ਵਾ ਤੰਜ ਕਸਿਆ ਵਾ ਵੀ ਕੰਮ ਕਰ ਗਿਆ। ਤੇ ਉਧਰ ਚੀਨ ਵੀ ਇੰਤਜ਼ਾਰ ਕਰ ਰਿਹਾ, ਕਹਿੰਦਾ ਵੀ ਸਵਾਗਤ ਹੈ ਨਰਿੰਦਰ ਮੋਦੀ ਜੀ ਸਾਡੇ ਆਉਂਦੇ ਨੇ ਤਾਂ ਅਸੀਂ ਉਹਦੇ ਜੀ ਆਇਆਂ ਕਰਾਂਗੇ। ਸੋ
ਇੱਕ ਤਰ੍ਹਾਂ ਨਾਲ ਹੁਣ ਅਮਰੀਕਾ ਨੂੰ ਟੇਢੇ ਤਰੀਕੇ ਨਾਲ ਜਵਾਬ ਦਿੰਦਾ ਦਿਖੇ ਨੇ ਨਰਿੰਦਰ ਮੋਦੀ, ਜਿਹਦਾ ਸਵਾਗਤ ਕਰਨਾ ਵੀ ਬਣਦਾ। ਦੇਖੋ ਜੀ, ਲੀਡਰ ਜਿਹੜਾ ਹੁੰਦਾ ਨਾ, ਉਹ ਔਖੇ ਸਮਿਆਂ ਦੇ ਵਿੱਚ, ਚੁਣੌਤੀਆਂ ਦੇ ਮਾਮਲਿਆਂ ਦੇ ਵਿੱਚ ਕਿਵੇਂ ਉਹਨਾਂ ਨੂੰ ਪਾਰ ਕਰਦਾ ਤੇ ਕਿਵੇਂ ਉਹਨਾਂ ਦੇ ਨਾਲ ਸਿੱਝਦਾ, ਇਹੀ ਉਹਦੀ ਕੁਆਲਿਟੀ ਹੁੰਦੀ ਹੈ ਲੋਕਾਂ ਦੇ ਨਾਲੋਂ। ਪੱਤਰਕਾਰਾਂ ਨੂੰ ਜਵਾਬ ਨਾ ਦਿਓਗੇ, ਪ੍ਰੈਸ ਕਾਨਫਰੰਸ ਨਾ ਕਰੋਗੇ, ਇਹ ਸਰ ਜੂਗਾ। ਲੋਕ ਸਭਾ ਦੇ ਵਿੱਚ ਭਾਜੋਗੇ, ਇਹ ਸਰ ਜੂਗਾ। ਪਰ ਜਦੋਂ ਕੌਮਾਂਤਰੀ ਪੱਧਰ ਦੇ ਉੱਤੇ ਕਿਸੇ ਜਵਾਬਦੇਹੀ ਦੇ ਵਿੱਚ ਘਿਰ ਗਏ, ਉੱਥੋਂ ਨਹੀਂ ਤੁਸੀਂ ਨਿਕਲ ਸਕਦੇ। ਉੱਥੇ ਤੁਹਾਡੀ ਕਾਬਲੀਅਤ, ਉੱਥੇ ਤੁਹਾਡੀ ਅਕਾਊਂਟੇਬਿਲਿਟੀ, ਸਾਰਾ ਕੁਝ ਪਰਖਿਆ ਜਾਣਾ। ਅਗਲੀ ਗੱਲ ਕਰੀਏ ਹੋਰ ਮਾਮਲੇ ਦੀ, ਜਿਹਦੇ ਵਿੱਚ ਭਾਜਪਾ ਇਸ ਟਾਈਮ ਬੁਰੀ ਤਰ੍ਹਾਂ ਦੇ ਨਾਲ, ਭਾਜਪਾ ਕੀ ਚੋਣ ਕਮਿਸ਼ਨ ਵੀ ਘਿਰਿਆ ਹੋਇਆ, ਚੋਣ ਚੋਰੀ ਦਾ ਮਾਮਲਾ। ਰਾਹੁਲ ਦੇ ਸਵਾਲਾਂ ਦਾ ਕਹਿੰਦੇ ਭਾਜਪਾ ਨੂੰ ਜਵਾਬ ਨਹੀਂ ਲੱਭ ਰਿਹਾ, ਜਦਕਿ ਪਿਛਲੇ 12-13 ਸਾਲਾਂ ਤੋਂ ਭਾਜਪਾ ਦਾ ਨੈਰੇਟਿਵ ਬੜਾ ਸਟਰੋਂਗ ਹੈ। ਜੇ ਆਪਾਂ 2012 ਤੋਂ ਦੇਖੀਏ, 13 ਤੋਂ ਦੇਖੀਏ, ਤਾਂ ਭਾਜਪਾ ਨੇ ਕਾਂਗਰਸ ਨੂੰ ਕਿਸੇ ਮਾਮਲੇ 'ਚ ਇੱਕ ਨਹੀਂ ਗਿਣ ਦਿੱਤੀ। ਪਰ ਉਸੇ ਭਾਜਪਾ ਹੁਣ, ਜਿਵੇਂ ਆਪਾਂ ਕਹਿ ਲਈਏ ਕਿ ਉਹਨਾਂ ਕੋਲੇ ਜ਼ਬਾਨਾਂ ਉਹਨਾਂ ਦੀਆਂ ਸੀਤੀਆਂ ਪਈਆਂ ਨੇ, ਮੂੰਹ ਉਹਨਾਂ ਦੇ ਬੰਦ ਹੋਏ ਪਏ ਨੇ, ਘੁੰਗਣੀਆਂ ਪਈਆਂ। ਦੇਖੋ, ਰਾਹੁਲ ਗਾਂਧੀ ਲੜ ਤਾਂ ਇਕੱਲਾ ਹੀ ਰਿਹਾ ਜੀ। ਮਤਲਬ ਕਿ ਜੇ ਆਪਾਂ ਗੱਲ ਕਰੀਏ, ਬੇਸ਼ੱਕ ਉਹਨੇ ਕੱਲ ਵੀ ਰੋਟੀ ਤੇ ਬੁਲਾਏ ਸੀ ਸਾਰੇ ਆਪਣੇ, ਉਹ ਕਿਹੜਾ ਇੰਡੀਆ ਗੱਠਜੋੜ ਬਣਾਇਆ ਹੋਇਆ, ਉਹਦੇ 25 ਦਲ ਘਰੇ ਰੋਟੀ ਤੇ ਸੱਦ ਲਏ, ਇਕੱਠੇ ਕੁੱਠੇ ਹੋ ਗਏ, ਆ ਗਏ, ਹੈ ਨਾ। ਪਰ ਸੱਚਾਈ ਇਹ ਹੈ ਕਿ ਜਿਹੜੇ ਪੁਰਾਣੇ ਘਾਗ ਕਾਂਗਰਸੀ ਨੇ, ਉਹ ਕੁਸਕਦੇ ਨਹੀਂ ਅਜੇ ਜੀ। ਉਹ ਉਵੇਂ ਖੁੱਲੀ ਲੜਾਈ ਨਹੀਂ ਲੜ ਰਹੇ ਜਿਵੇਂ ਰਾਹੁਲ ਗਾਂਧੀ ਲੜਦਾ ਨਜ਼ਰ ਆਉਂਦਾ, ਹੈ ਨਾ। ਜਾਂ ਤਾਂ ਉਹਨਾਂ ਨੂੰ ਆਪਣੀਆਂ ਪੁਰਾਣੀਆਂ ਕਰਤੂਤਾਂ ਦਾ ਡਰ ਹੈ ਨਾ, ਤੇ ਜਾਂ ਉਹ ਨਵੀਂ ਸਿਆਸਤ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਫਿਰ ਉੱਧਰ ਹੀ ਊਠ ਬੈਠ ਜਾਵੇ, ਸਾਨੂੰ ਵੀ ਕੋਈ ਫਾਇਦਾ ਲੈਣਾ ਪਵੇ ਜਾਂ ਕੁਛ ਕੀ ਹੋਵੇ, ਹੁਣ ਇਹੋ ਜਾਣਨ। ਜਾਂ ਉਹ ਰਾਹੁਲ ਗਾਂਧੀ ਨੂੰ ਅਜੇ ਪ੍ਰਵਾਨ ਨਹੀਂ ਕਰ ਰਹੇ ਕਿ ਨਾ ਵੀ ਸਾਡੇ ਸਿਰ ਤੇ ਮੁੰਡਾ ਬੈਠਾ ਹੈ ਨਾ, ਜੋ ਮਰਜ਼ੀ ਹੋਵੇ। ਪਰ ਰਾਹੁਲ ਗਾਂਧੀ ਨੇ ਜਿਹੜੇ ਅੰਕੜੇ ਲਿਆਂਦੇ, ਦਸਤਾਵੇਜ਼ ਲਿਆਂਦੇ, ਤੱਥ ਲਿਆਂਦੇ, ਉਹ 1 ਘੰਟਾ 11 ਮਿੰਟ 'ਚ 22 ਪੰਨਿਆਂ ਦੀ ਉਹ ਸਾਰੀ ਪੇਸ਼ ਕੀਤੀ ਟੀਵੀ ਤੇ, ਸਾਰਾ ਕੁਛ ਉਹਨੇ ਤਸੱਲੀ ਤਾਂ ਮਚਾ ਦਿੱਤੀ ਹੈ। ਸਹੀ ਹੈ। ਚੋਣ ਕਮਿਸ਼ਨ ਤੋਂ ਲੈ ਕੇ ਸਰਕਾਰ ਤੱਕ, ਸਰਕਾਰ ਤੋਂ ਲੈ ਕੇ ਵਿਰੋਧੀ ਧਿਰਾਂ ਤੱਕ, ਤੇ ਵਿਰੋਧੀ ਧਿਰ ਤੋਂ ਲੈ ਕੇ ਆਮ ਜਨਤਾ ਤੱਕ, ਇੱਥੋਂ ਤੱਕ ਕਿ ਭਾਜਪਾਈ ਭਗਤ ਵੀ ਉਸ ਅੰਕੜਿਆਂ ਤੋਂ ਹੈਰਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਕਿ ਏਦਾਂ ਵੀ ਹੋ ਗਿਆ ਹੋਊਗਾ, ਇਹ ਵੀ ਤਰੀਕਾਕਾਰ ਹੈ। ਔਰ ਜਿੱਤੀ ਹੋਈ ਸਰਕਾਰ ਲੋਕਾਂ ਦੇ ਮਨਾਂ 'ਚ ਹਾਰੀ ਹੋਈ ਦਿਖਾਤੀ ਹੈ। ਸਹੀ ਹੈ। ਸੋ ਇਹ ਬਹੁਤ ਝਟਕਾ ਹੁੰਦਾ ਕਿ ਤੁਸੀਂ ਰਾਜ ਭਾਗ ਮਾਣ ਰਹੇ ਹੋਵੋ ਤੇ ਲੋਕਾਂ ਨੂੰ ਲੱਗੇ ਵੀ ਇਹ ਤਾਂ ਝੂਠ ਮਾਰ ਰਹੇ ਨੇ, ਇਹ ਤਾਂ ਸੁੱਚੀ ਰਾਜ ਭਾਗ ਹੈ ਹੀ ਨਹੀਂ ਗਾ, ਤਾਂ ਅਸੀਂ ਦਿੱਤਾ ਹੀ ਨਹੀਂ ਇਹਨਾਂ ਨੂੰ। ਮਤਲਬ ਵੋਟਾਂ ਪਾਉਣ ਵਾਲਿਆਂ ਨੂੰ ਵੀ ਇਹ ਗੱਲ ਜਚਾਤੀ ਰਾਹੁਲ ਗਾਂਧੀ ਨੇ। ਸੋ ਕਿਤੇ ਨਾ ਕਿਤੇ ਮਤਲਬ ਕਿ ਇਹ ਦਿੱਕਤ ਹੁਣ ਭਾਰਤੀ ਜਨਤਾ ਪਾਰਟੀ ਦੀ ਨੀਂਦ ਉਡਾ ਰਹੀ ਹੈ ਕਿ ਹੁਣ ਕਰੀਏ ਤਾਂ ਕੀ ਕਰੀਏ। ਚੋਣ ਕਮਿਸ਼ਨ ਦਾ ਪੱਖ ਪੂਰਦਾ ਤਾਂ ਫਿਰ ਕਰਦੇ ਆ ਸਿੱਧਾ ਕਿ ਦੇਖੋ ਜੀ, ਹੈ ਨਾ, ਚੋਣ ਕਮਿਸ਼ਨ ਦੇ ਉੱਤੇ ਨਵਾਂ ਰਾਹੁਲ ਗਾਂਧੀ ਨੇ ਸਵਾਲ ਖੜਾ ਕਰਤਾ, ਕਹਿੰਦੇ ਕਿ ਸਾਡੇ ਆંકੜੇ ਜਾਰੀ ਹੋਣ ਤੋਂ ਬਾਅਦ ਕਈ ਵੈਬਸਾਈਟਾਂ ਹੀ ਬੰਦ ਕਰਤੀਆਂ। ਅੱਛਾ, ਕਈ ਵੈਬਸਾਈਟਾਂ ਨਹੀਂ ਖੁੱਲਦੀਆਂ। ਸੋ ਇਹ ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ। ਦੂਏ ਪਾਸੇ ਚੋਣ ਕਮਿਸ਼ਨ ਕਹੀ ਜਾਂਦਾ ਕਿ ਹਲਫੀਆ ਬਿਆਨ ਦਿਓ ਜੀ ਰਾਹੁਲ ਗਾਂਧੀ ਜੀ, ਦਸਤਖਤ ਕਰਕੇ ਜੀ ਤੁਸੀਂ ਸਾਨੂੰ ਦਰਜ ਕਰਾਓ ਜੀ ਆਪਣੀ ਸ਼ਿਕਾਇਤ ਜੋ ਸੀ। ਉਹ ਕਹਿੰਦਾ ਵੀ ਮੈਂ ਜਨਤਕ ਸਾਰਾ ਕੁਝ ਬੋਲਤਾ, ਇਹ ਮੇਰਾ ਹਲਫੀਆ ਬਿਆਨ ਨਹੀਂ ਤਾਂ ਹੋਰ ਕੀ ਹੈ, ਇਹਦੇ ਆਧਾਰ ਤੇ ਕਰ ਲਓ ਜੋ ਕਰਨਾ। ਪਰ ਕਮਾਲ ਦੇਖੋ ਕਿ ਜਿਹੜੀ ਧਿਰ ਦੇ ਉੱਤੇ ਦੋਸ਼ ਹੈ ਉਹੀ ਧਿਰ ਕਹਿ ਰਹੀ ਹੈ ਸਾਨੂੰ ਸ਼ਿਕਾਇਤ ਦੇ ਦਿਓ। ਉਹੀ ਧਿਰ ਸ਼ਿਕਾਇਤ ਮੰਗ ਰਹੀ ਹੈ ਕਿ ਹਾਂ ਫਿਰ ਅਸੀਂ ਕਾਰਵਾਈ ਕਰਾਂਗੇ ਵੀ ਤੁਹਾਡੇ ਖਿਲਾਫ ਇਹਦਾ ਦੋਸ਼ ਹੈ। ਸਹੀ ਹੈ ਜੀ ਜੀ। ਤੇ ਉਹ ਤੁਸੀਂ ਸੋਚੋ ਦਾ ਇਨਸਾਫ ਦੀ ਆਸ ਰਹੀ ਹੋਣੀ। ਪਰ ਇਹ ਸਭ ਦੇ ਦਰਮਿਆਨ ਬਤੌਰ ਸਰਕਾਰ, ਜੇ ਵਿਰੋਧੀ ਧਿਰ ਦਾ ਲੀਡਰ ਕੋਈ ਸਵਾਲ ਖੜੇ ਕਰ ਰਿਹਾ ਤਾਂ ਬਤੌਰ ਸਰਕਾਰ ਦਾ ਉਸ ਨੂੰ ਸਪਸ਼ਟ ਕਰਨਾ, ਉਸ ਦੀ ਇਨਕੁਆਇਰੀ ਖੋਲਣਾ, ਉਸ ਦੇ ਉੱਤੇ ਕੋਈ ਟਿੱਪਣੀ ਕਰਨਾ, ਉਹਦੇ ਉੱਤੇ ਕੋਈ ਐਕਸ਼ਨ ਕਾਰਵਾਈ ਕਰਨਾ, ਕਿਤੇ ਕੋਈ ਨਜ਼ਰ ਨਹੀਂ ਆਉਂਦਾ। ਸਹੀ ਹੈ। ਤੁਸੀਂ ਕਹੋ ਕਿ ਵੀ ਆਓ ਸੰਸਦੀ ਕਮੇਟੀ ਬਣਾ ਦਿੰਦੇ ਇੱਕ, ਸਾਰੇ ਦਲਾਂ ਦੇ ਮੈਂਬਰ ਇੱਧਰ ਸਾਡੇ ਵੀ ਆਉਣਗੇ, ਤੁਹਾਡੇ ਆਉਣਗੇ ਵੀ, ਕਰੋ ਜਾਂਚ। ਇਹ ਤਾਂ ਦੇਸ਼ ਦੇ ਉੱਤੇ, ਵੱਡਾ ਲੋਕਤੰਤਰ ਦੇ ਉੱਤੇ ਵੱਡਾ ਸਵਾਲ ਖੜਾ ਹੋ ਗਿਆ। ਪਰ ਨਹੀਂ ਜੀ। ਇਸ ਸਭ ਦੇ ਦਰਮਿਆਨ ਭਾਜਪਾ ਦੇ ਅੰਦਰ ਇੱਕ ਕਲੇਸ਼ ਹੋਰ ਵੱਡਾ ਹੋ ਗਿਆ, ਜਿਹੜਾ ਪਹਿਲਾਂ ਹੌਲੀ ਹੌਲੀ ਝੁਕਦਾ ਸੀ। ਠੀਕ ਹੈ ਜੀ। ਉਹ ਹੈ ਨਰਿੰਦਰ ਮੋਦੀ ਦੀ ਅਗਵਾਈ ਦਾ। ਉਸ ਨੂੰ ਲੈ ਕੇ ਇਹ ਗੱਲ ਬਿਨਾਂ ਕਿਸੇ ਤਣਾਅ ਤੋਂ ਜੀਭ ਤੇ ਨਹੀਂ ਆਉਂਦੀ ਕਿ ਮੈਨੂੰ ਕੋਈ ਕੀਮਤ ਚੁਕਾਉਣੀ ਪਈ ਤਾਂ ਮੈਂ ਤਿਆਰ ਹਾਂ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ, ਬਿਲਕੁਲ। ਇਹਦਾ ਕੋਈ ਅਰਥ ਹੈ, ਚਾਹੇ ਉਹ ਮਤਲਬ ਕਿ ਕਿਸਾਨਾਂ ਦੇ ਨਾਂ ਦੇ ਉੱਤੇ ਜਾਂ ਕੌਮਾਂਤਰੀ ਪੱਧਰ ਤੇ ਮਸਲਿਆਂ ਦੇ ਨਾਂ ਦੇ ਉੱਤੇ ਕੁਰਬਾਨੀ ਦੇਣ ਦੀ ਗੱਲ ਹੋਵੇ, ਹੈ ਨਾ। ਸੋ ਕੁਰਬਾਨੀ ਦਾ ਕੋਈ ਤਾਂ ਮਤਲਬ ਹੁੰਦਾ ਹੈ। ਇਹ ਸਭ ਨੂੰ ਸਮਝ ਆ ਰਿਹਾ ਕਿ ਇਹਦੇ ਪਿੱਛੇ ਹੁਣ ਇਹ ਸਿਆਸੀ ਕੁਰਬਾਨੀ ਦੇ ਕੀ ਡਰਾਮੇ ਕੀਤੇ ਜਾ ਰਹੇ। ਸੋ ਕਿਤੇ ਉਹ 75 ਸਾਲੀ ਵਾਲੀ ਕਿ ਸ਼ੌਲ ਲਓ ਤੇ ਲਾਂਭੇ ਹੋਵੋ, ਉਹ ਤਾਂ ਨਹੀਂ ਡਿਊਟੀ ਲੱਗ ਗਈ ਕਿਤੇ, ਹੈ ਨਾ। RSS ਨੇ ਉਹ ਤਾਂ ਨਹੀਂ ਕਹਿਤਾ। ਸੋ
ਇਹ ਸਭ ਦੇ ਦਰਮਿਆਨ ਪਾਕਿਸਤਾਨ ਵਾਲਾ ਮਸਲਾ ਪਹਿਲਾਂ ਵਾਪਰਿਆ ਜੀ, ਆ ਬਿਹਾਰ ਵਾਲਾ ਮਸਲਾ ਤੇ ਹੁਣ ਆ ਵੋਟ ਚੋਰੀ ਵਾਲਾ ਮਸਲਾ। ਇਹਨਾਂ ਸਾਰੇ ਮਸਲਿਆਂ ਦੇ ਉੱਤੇ ਚਿਹਰਿਆਂ ਦੇ ਰੰਗ ਫਿੱਕੇ ਪੈ ਚੁੱਕੇ ਨੇ। ਸੰਸਦ ਦੇ ਵਿੱਚ ਬੁੱਲਾਂ ਤੇ ਆਈ ਸਿੱਕੜੀ ਦਿਖਣ ਲੱਗੀ ਹੈ। ਸੋ ਜਵਾਬ ਔੜਦਾ ਨੀਗਾ, ਸ਼ਬਦ ਲੱਭਣੋਂ ਹਟ ਗਏ ਨੇ ਪ੍ਰਧਾਨ ਮੰਤਰੀ ਜੀ ਦੇ ਜਵਾਬ ਨੂੰ ਮਿਲਦਿਆਂ। ਤੇ ਟਰੰਪ ਵਾਲੇ ਮਸਲੇ ਤੇ ਜੋ ਫਜ਼ੀਅਤ ਹੋਈ ਹੈ ਉਹ ਸਾਰੀ ਦੁਨੀਆ 'ਚ ਹੋਈ ਹੈ, ਤੇ ਉਹ ਨਰਿੰਦਰ ਮੋਦੀ ਦੀ ਨਹੀਂ ਹੋ ਰਹੀ, ਉਹ ਮੁਲਕ ਦੀ ਹੋ ਰਹੀ ਹੈ, ਭਾਰਤ ਦੀ, ਸਾਡੇ ਦੀ। ਸਹੀ। ਸੋ ਇਹ ਸਾਰੇ ਮਸਲਿਆਂ 'ਚ ਘਿਰੀ ਹੋਈ ਭਾਜਪਾ ਜਾਂ ਉਹਨਾਂ ਦਾ ਆਗੂ, ਕੀ ਇਹ ਢਾਂਚਾ ਬਦਲਣ ਦੀ ਗੱਲ ਤੁਰ ਪਈ ਹੈ ਉਹਨਾਂ ਦੇ ਅੰਦਰ? ਇਹ ਵੀ ਚਰਚਾ ਵੱਡੀ ਹੋ ਗਈ। ਸੋ ਬਿਲਕੁਲ ਵਿਰੋਧੀ ਧਿਰ ਦੇ ਆਗੂ ਦੇ ਸਵਾਲਾਂ ਦੇ ਜਵਾਬ ਤਾਂ ਨਹੀਂ ਲੱਭ ਰਹੇ। ਆਪਾਂ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਕਰਤਾ ਉਹ ਵੀ ਸਿਆਸਤ ਰਿਹਾ ਹੈ ਨਾ, ਉਹਨੂੰ ਆਪਣਾ ਕਿਸੇ ਤਰ੍ਹਾਂ ਜਿੱਤ ਚਾਉਣ ਦੀ ਕਾਹਲ ਵੀ ਹੈਗੀ ਹੈ, ਪਰ ਜਿਹੜੇ ਉਹਨੇ ਲੋਕਤੰਤਰਕ ਤਰੀਕੇ ਨਾਲ ਸਵਾਲ ਖੜੇ ਕੀਤੇ ਨੇ ਉਹਨਾਂ ਦੇ ਜਵਾਬ ਦੇ ਕੇ ਸਰਕਾਰ ਆਪਣਾ ਪੱਖ ਸਪਸ਼ਟ ਕਰ ਦੇਵੇ, ਬਿਲਕੁਲ ਉਸ ਨੂੰ ਖੁੰਡਾ ਕਰ ਦੇਵੇ ਜੇ ਗਲਤ ਨਹੀਂ ਹੈ। ਸਹੀ ਹੈ, ਸਹੀ। ਤੁਹਾਡੀ ਚੁੱਪ ਉਸ ਤੇ ਮੋਹਰ ਲਾ ਰਹੀ ਹੈ ਕਿ ਹਾਂ ਬਿਲਕੁਲ ਇਹਦਾ ਮਤਲਬ ਏਦਾਂ ਹੀ ਹੋਇਆ ਜੀ। ਤੁਹਾਡੇ ਕੋਲ ਤਸੱਲੀਬਖਸ਼ ਜਵਾਬ ਨਹੀਂ ਹੈ, ਮਤਲਬ ਏਦਾਂ ਹੀ ਹੋਇਆ। ਤੁਸੀਂ ਇਨਕੁਆਇਰੀ ਲਈ ਤਿਆਰ ਨਹੀਂ, ਉਹਦਾ ਮਤਲਬ ਏਦਾਂ ਹੀ ਹੋਇਆ। ਅਗਲਾ ਤਾਂ ਕਹਿੰਦਾ ਸਰਕਾਰ ਸਾਡੀ ਸੀ, 25 ਸੀਟਾਂ ਜਾ ਖੇਲ ਹੋਇਆ ਜੀ, 25 ਸੀਟਾਂ ਦਾ ਖੇਲ ਹੈ ਸਾਰਾ, ਕਹਿੰਦਾ। ਤੇ ਇਸ ਲਈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋ ਕੇ ਵੀ ਮਤਲਬ ਹੁਣ ਅੱਜ ਇਹ ਮਹਿਸੂਸ ਕਰ ਰਹੇ ਨੇ ਕਿ ਸਾਡੇ ਤੇ ਜਿਹੜੇ ਦੋਸ਼ ਲੱਗੇ ਕਿ ਮੈਂ ਚੋਰੀ ਦੀ ਕੁਰਸੀ ਤੇ ਬੈਠਾ ਹੈ ਨਾ, ਤਾਂ ਉਹਦੇ ਨਾਲ ਉਹ ਘਿਰੇ ਨਜ਼ਰ ਆਉਂਦੇ ਨੇ। ਔਰ ਮੁਲਕ ਸਾਹਮਣੇ, ਵਿਰੋਧੀ ਧਿਰਾਂ ਸਾਹਮਣੇ ਨਹੀਂ, ਆਪਣੀ ਪਾਰਟੀ ਤੇ ਆਪਣੇ ਉੱਪਰਲਾ ਜਿਹੜਾ RSS ਦਾ ਕੁੰਡਾ ਉਹਦੇ ਸਾਹਮਣੇ ਵੀ ਹੁਣ ਕਟਹਿਰੇ 'ਚ ਖੜੇ। ਦੋਸ਼ਾਂ ਦਾ ਜਵਾਬ ਦੇ ਕੇ ਤੁਸੀਂ ਕਿਸੇ ਗੱਲ ਦੇ ਵਿੱਚ ਖਰੇ ਰਹਿ ਸਕਦੇ ਆ, ਦੋਸ਼ਾਂ ਤੋਂ ਭੱਜ ਕੇ ਖਰੇ ਨਹੀਂ ਰਹਿ ਸਕਦੇ। ਦੋਸ਼ਾਂ ਤੋਂ ਭੱਜ ਕੇ ਤੁਸੀਂ ਆਪਣੇ ਆਪ ਨੂੰ ਕਹੋ ਕਿ ਅਸੀਂ ਖਰੇ ਆ, ਉਹ ਨਹੀਂ ਰਹਿ ਸਕਦੇ। ਅਗਲੀ ਗੱਲ ਕਰੀਏ ਪੰਜਾਬ ਦੇ ਖਜ਼ਾਨੇ ਦੀ। ਮੁੱਖ ਮੰਤਰੀ ਸਾਹਿਬ ਕਿਸੇ ਸਮੇਂ ਹੁੱਬ ਕੇ ਕਹਿੰਦੇ ਹੁੰਦੇ ਸੀ ਸਰਕਾਰਾਂ ਦਾ ਖਜ਼ਾਨਾ ਵੀ ਕਦੇ ਖਾਲੀ ਹੁੰਦਾ, ਤੇ ਅੱਜ ਕੱਲ ਮੁੱਖ ਮੰਤਰੀ ਸਾਹਿਬ ਨੂੰ ਚਲਾ ਕੌਣ ਰਿਹਾ ਜਾਂ ਅਸਲੀ ਮੁੱਖ ਮੰਤਰੀ ਕੌਣ ਹੈ, ਇਹ ਵੀ ਪੰਜਾਬ ਦੇ ਚਰਚਾ ਤਾਂ ਚੱਲਦੀ ਹੈ। ਪਰ ਇਸ ਦਰਮਿਆਨ ਕੇਜਰੀਵਾਲ ਦਾ ਇੱਕ ਬਿਆਨ ਜਿਹੜਾ ਉਹ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਕਹਿੰਦੇ ਕੇਜਰੀਵਾਲ ਹੀ ਸਰਕਾਰ ਹੈ ਤੇ ਸਰਕਾਰ ਹੀ ਦੱਸ ਰਹੀ ਹੈ ਕਿ ਖਜ਼ਾਨਾ ਖਾਲੀ ਹੈ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਐਲਾਨ ਕਰਨਾ ਹੋਵੇ ਜੀ, ਅੱਜ ਕੱਲ ਪੱਥਰ ਤੋਂ ਕੱਪੜਾ ਹਟਾਉਣਾ ਹੋਵੇ, ਚੌਪਰ ਤੋਂ ਉਤਰ ਕੇ ਕਾਫਲੇ ਦੇ ਰੂਪ ਚ ਮੂਹਰੇ ਹੋ ਕੇ ਤੁਰਨਾ ਹੋਵੇ, ਅਫਸਰਾਂ ਤੋਂ ਕੋਈ ਰਿਪੋਰਟ ਲੈਣੀ ਹੋਵੇ, ਤਾਂ ਇੱਕੋ ਬੰਦਾ ਉਹ ਚੈੱਕ ਵਾਲੇ ਝੱਗੇ ਵਾਲਾ ਤੇ ਵੈਗਨਰ ਕਾਰ ਵਾਲਾ ਨਹੀਂ, ਉਹ ਚੌਪਰ ਵਾਲਾ ਉਹ ਕੇਜਰੀਵਾਲ ਨੇ ਉਹੀ ਨਜ਼ਰ ਆਉਂਦਾ। ਤਾਂ ਫਿਰ ਕੌਣ ਹੈ ਜੀ ਮੁੱਖ ਮੰਤਰੀ? ਸਹੀ। ਸਾਡੇ ਵਾਲਾ ਭਗਵੰਤ ਮਾਨ ਕਿ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ, ਜਿਹੜਾ ਕਹਿੰਦਾ ਮੈਨੂੰ ਧੰਦਾ ਕਰਨਾ ਆਉਂਦਾ, ਤੇ ਉਹ ਪੰਜਾਬ 'ਚ ਕਿਹੜਾ ਧੰਦਾ ਕਰਨਾ ਹੈ? ਜੀ। ਤੁਹਾਨੂੰ ਪੰਜਾਬ ਨੇ ਨਾ ਤਾਂ MLA ਬਣਾਇਆ, ਨਾ MP ਬਣਾਇਆ, ਨਾ ਸੰਸਦ ਦੇ ਵਿੱਚ ਤੇ ਨਾ ਵਿਧਾਨ ਸਭਾ 'ਚ ਕੋਈ ਥਾਂ ਦਿੱਤੀ ਹੈ। ਤੁਸੀਂ ਕਿਸ ਅਧਿਕਾਰ ਨਾਲ ਸਰਕਾਰੀ ਸਟੇਜਾਂ ਤੋਂ ਐਲਾਨ ਕਰਦੇ ਹੋ ਪੰਜਾਬ ਦਾ ਖਜ਼ਾਨਾ ਖਾਲੀ ਹੈ, ਅਸੀਂ ਆ ਸਹੂਲਤਾਂ ਨਹੀਂ ਦੇ ਸਕਦੇ, ਅਸੀਂ ਨਹੀਂ ਦੇ ਸਕਦੇ? ਤੁਸੀਂ ਕੌਣ? ਸਹੀ ਹੈ। ਤੇ ਪਰ ਜਿਹਨੂੰ ਇਹ ਸਵਾਲ ਕਰਨਾ ਚਾਹੀਦਾ, ਜਿਹਨੂੰ ਬਾਂਹ ਫੜ ਕੇ ਰੋਕਣਾ ਚਾਹੀਦਾ, ਜਦ ਉਹੀ ਚੁੱਪ ਬੈਠਾ ਤਾਂ ਹੁਣ ਅਸੀਂ ਕੀ ਕਰਾਂਗੇ ਜੀ? ਚੰਡੀਗੜ੍ਹ ਦੇ ਵਿੱਚ ਸਨਅਤੀ ਕਮੇਟੀਆਂ ਦਾ ਉਦਘਾਟਨ ਸੀ ਜੀ। ਠੀਕ ਹੈ ਜੀ। ਸਨਅਤੀ ਕਮੇਟੀਆਂ ਦੇ ਉਦਘਾਟਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਸੰਬੋਧਨ ਕਰ ਰਹੇ ਸੀ। ਠੀਕ ਹੈ। ਸੰਬੋਧਨ ਕਰਦੇ ਉਹਨਾਂ ਨੇ ਕਿਹਾ ਸਨਅਤਾਂ ਨੂੰ, ਉਦਯੋਗਿਕ ਘਰਾਣਿਆਂ ਨੂੰ, ਵਪਾਰ ਨੂੰ, ਇੰਡਸਟਰੀ ਨੂੰ ਸਾਡੇ ਕੋਲ ਸਬਸਿਡੀ ਦੇਣ ਲਈ ਪੈਸੇ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਖਜ਼ਾਨਾ ਖਾਲੀ ਹੈ। ਇਹ ਸੰਵਿਧਾਨਕ ਤੌਰ ਤੇ ਚੁੱਕੀ ਸਹੁੰ ਨੂੰ ਸ਼ਰੇਆਮ ਦਿਖਾਇਆ ਜਾ ਰਿਹਾ। ਕਿਵੇਂ ਧੱਜੀਆਂ ਉੱਠ ਰਹੀਆਂ ਦਾ ਮਤਲਬ ਕਾਗਜ਼ ਪੱਤਰ ਕਿਹਦੇ ਕੋਲ ਜਾਂਦੇ ਨੇ, ਉਹਦੇ ਕੋਲ ਖਜ਼ਾਨੇ ਦੀਆਂ ਕੁੰਜੀਆਂ ਕਿਹਨੇ ਫੜਾ ਦਿੱਤੀਆਂ, ਬਹੀ ਖਾਤਾ ਕੇਜਰੀਵਾਲ ਦੇ ਕਬਜ਼ੇ 'ਚ ਕਿਹਨੇ ਦੇ ਦਿੱਤਾ, ਉਹ ਕੌਣ ਹੁੰਦਾ ਪੰਜਾਬ ਨੂੰ ਕੰਗਾਲ ਦੱਸਣ ਵਾਲਾ ਤੇ ਕੌਣ ਹੁੰਦਾ ਖਜ਼ਾਨੇ ਨੂੰ ਖਾਲੀ ਦੱਸਣ ਵਾਲਾ? ਸਹੀ ਹੈ, ਸਵਾਲ ਤਾਂ ਇਹ ਖੜਾ। ਤੇ ਇਸ ਅਧਿਕਾਰ ਦੇ ਨਾਲ ਤੁਸੀਂ ਜਨਾਬ ਪਾਰਟੀ ਸੁਪਰੀਮੋ ਦੇ ਨਾਤੇ ਆਪਣੀ ਪਾਰਟੀ ਦੇ ਵਿੱਚ ਜੋ ਮਰਜ਼ੀ ਪੁੱਛੋ, ਪਾਰਟੀ ਵਰਕਰਾਂ ਨੂੰ ਪੁੱਛੋ, ਨਸੀਹਤਾਂ ਦਿਓ, ਕੁਛ ਕਰੋ, ਪਰ ਤੁਸੀਂ ਸਰਕਾਰ ਵਾਂਗ ਕਿਵੇਂ ਰਿਐਕਟ ਕਰ ਸਕਦੇ ਹੋ ਪੰਜਾਬ ਦੇ ਵਿੱਚ? ਮੈਨੂੰ ਨਹੀਂ ਲੱਗਦਾ ਕਿ 92 MLA 'ਚ ਕਿਸੇ 'ਚ ਵੀ ਜਿਗਰਾ, ਦਿਲ ਤੇ ਜਾਨ ਹੈਗੀ ਹੈ। ਸਹੀ ਹੈ। ਨਹੀਂ ਤਾਂ ਕਿੱਥੇ ਤਾਂ ਮਤਲਬ ਕਿ ਆ ਕੇ ਸਵਾਲ ਆਵੇ ਕਿ ਨਾ ਵੀ ਸ਼ਰਮੀ ਤਾਂ ਕਰਦਾ ਹੀ, ਔਰ ਕਹਾਂ ਲਈ ਪੂਰਾ ਰਾਹ ਖੁੱਲ ਰਿਹਾ ਸਾਰਾ ਕੁਝ।
ਹੁਣ ਤੱਕ ਹਾਈ ਕਮਾਂਡ ਕਾਂਗਰਸ ਵਿੱਚ ਸੀ, ਭਾਜਪਾ ਨਾਲ ਜਦੋਂ ਗੱਠਜੋੜ ਸੀ ਤਾਂ ਉਹਨਾਂ ਦੀ ਵੀ ਹਾਈ ਕਮਾਂਡ ਹੈਗੀ ਸੀ, ਹੈ ਨਾ। ਤੇ ਪਰ ਕਦੇ ਏਦਾਂ ਨਹੀਂ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਂਗਲੀ ਲਾ ਕੇ ਤੋਰੀ ਰੱਖੋ ਤੇ ਜਿੱਥੇ ਉਹ ਮਾੜਾ ਜਿਹਾ ਰੋਣ ਲੱਗੇ ਨਿੱਪਲ ਉਹਦੇ ਮੂੰਹ 'ਚ ਫਸਾ ਦਿਓ ਤੇ ਬਾਕੀ ਆਪੇ ਸਾਰਾ ਕੁਝ ਗੀਤ ਗਾਈ ਜਾਓ। ਸਹੀ ਹੈ, ਏਦਾਂ ਕਦੇ ਨਹੀਂ ਹੋਇਆ। ਤੇ ਪਰ ਇਹ ਜਮਾਂ ਬਸ਼ਰਮਪਣੇ ਤੇ ਉਤਰਿਆ ਸਿਸਟਮ। ਔਰ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਹਿੰਦੇ ਉਦਯੋਗਪਤੀਆਂ ਨੂੰ ਦੱਸਿਆ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਆ ਨਵੀਆਂ ਕਮੇਟੀਆਂ ਬਣਾ ਕੇ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਨਵੀਂ ਸੰਤੀ ਨੀਤੀ ਲਿਆ ਕੇ ਤੁਹਾਨੂੰ ਸਬਸਿਡੀਆਂ ਦੇ ਦਾਂਗੇ, ਹੋਰ ਸਹੂਲਤਾਂ, ਕਹਿੰਦੇ ਸਬਸਿਡੀਆਂ ਦੇ ਸਿਰ ਤੇ ਵਿਕਾਸ ਨਹੀਂ ਹੁੰਦਾ। ਸਹੀ, ਵਿਕਾਸ ਮਾਹੌਲ ਦੇ ਸਿਰ ਤੇ ਹੁੰਦਾ। ਇਸ ਲਈ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ, ਤੁਸੀਂ ਕੰਮ ਕਰੋ, ਹੈ ਨਾ। ਤੁਹਾਡੀ ਵਸੂਲੀ ਬੰਦ ਕਰ ਦਿੱਤੀ ਹੈ। ਉਹ ਭਰਾਵਾ ਸਭ ਨੂੰ ਪਤਾ ਅੱਜ ਕੱਲ੍ਹ ਵਸੂਲੀ ਕੌਣ ਕਰਦਾ ਤੇ ਕਿਵੇਂ ਕਰਦਾ। ਸਹੀ ਹੈ ਜੀ, ਹੈ ਨਾ ਜੀ। ਪਰ ਇਸ ਦੇ ਬਾਵਜੂਦ ਵੀ ਇਹ ਸਵਾਲ ਦੇਸ਼ ਤੋਂ ਲੈ ਕੇ ਸੂਬੇ ਤੱਕ ਖੜਾ ਹੈ ਪ੍ਰਵੀਨ ਜੀ, ਕਿ ਜਦੋਂ ਬਜਟ ਬਣਨਾ ਹੋਵੇ ਮੁਲਕ ਦਾ, ਜਦੋਂ ਬਜਟ ਬਣਨਾ ਹੋਵੇ ਸੂਬੇ ਦਾ, ਜਦੋਂ ਨੀਤੀਆਂ ਦੀ ਗੱਲ ਆਵੇ, ਸਨਅਤੀ ਦੀ, ਉਦਯੋਗ ਦੀ, ਹੈ ਨਾ, ਵਪਾਰ ਦੀ, ਤਾਂ ਇਹਨਾਂ ਘਰਾਣਿਆਂ ਨਾਲ ਮੀਟਿੰਗਾਂ ਵੀ ਹੁੰਦੀਆਂ, ਇਹਨਾਂ ਘਰਾਣਿਆਂ ਨਾਲ ਚਰਚਾ ਵੀ ਹੁੰਦੀ ਹੈ, ਇਹਨਾਂ ਘਰਾਣਿਆਂ ਨਾਲ ਬੈਠਕਾਂ ਵੀ ਹੁੰਦੀਆਂ, ਇਹਨਾਂ ਦੇ ਨੁਮਾਇੰਦੇ ਵੀ ਐਡਜਸਟ ਕੀਤੇ ਜਾਂਦੇ ਆ। ਸਹੀ, ਪਹਿਲਾਂ ਤਾਂ ਕਿਸਾਨ ਖੇਤੀ ਨੀਤੀਓ ਨਹੀਂ ਅਜੇ ਤੱਕ ਸਾਡੇ ਕੋਲ ਬਣੀ ਜੀ। ਤੇ ਜੇ ਖੇਤੀ ਨੀਤੀ ਸੱਭਿਆਚਾਰ ਨੀਤੀ ਬਣੂਗੀ ਵੀ, ਜਿਹੋ ਜਿਹੇ ਖਰੜੇ ਤਿਆਰ ਕੀਤੇ ਨੇ, ਤਾਂ ਵੀ ਅੱਜ ਤੱਕ ਮੈਨੂੰ ਦੱਸ ਦਿਓ ਕਦੇ ਉਹਨਾਂ ਧਿਰਾਂ ਨਾਲ ਕਦੇ ਗੱਲ ਕੀਤੀ ਹੋਵੇ ਇਹਨਾਂ ਨੇ। ਜਦੋਂ ਬਜਟ ਬਣਦਾ, ਬਜਟ ਦੇ ਵਿੱਚ ਪੇਂਡੂ ਵੀ ਤਾਂ ਆਉਂਦੇ ਨੇ, ਬਜਟ ਦੇ ਵਿੱਚ ਖੇਤੀਬਾੜੀ ਵੀ ਆਉਂਦੀ ਹੈ, ਕਿਸਾਨੀ ਵੀ ਆਉਂਦੀ ਹੈ। ਉੱਥੇ ਕਦੇ ਮੀਟਿੰਗ ਕਦੇ ਬੁਲਾ ਕੇ ਕੀਤੀ ਕਿ ਆਜੋ ਭਾਈ ਤੁਹਾਡੀ ਰਾਏ ਲੈ ਲਈਏ, ਤੁਹਾਡੀ ਸਲਾਹ ਲੈ ਲਈਏ। 3 ਖੇਤੀ ਕਾਨੂੰਨ ਤੋਂ ਲੈ ਕੇ ਆ ਲੈਂਡ ਪੂਲਿੰਗ ਤੱਕ ਦੱਸ ਦਿਓ ਮੈਨੂੰ ਜੀ। ਤੇ ਫਿਰ ਇਹ ਮਤਲਬ ਮੁਸਕ ਆਉਂਦੀ ਹੈ ਸਾਡੇ ਪਿੰਡ ਵਾਲਿਆਂ ਚੋਂ। ਇਹ ਤਰੀਕਾਕਾਰ ਕੀ ਹੈ ਕੇਜਰੀਵਾਲ ਜੀ ਦਾ? ਜੀ ਜੀ। ਤੇ ਇਹ ਤੋਂ ਪਹਿਲੇ ਵੀ ਜਿਹੜੇ ਪੰਜਾਬ 'ਚ ਰਾਜ ਭਾਗ ਕਰਕੇ ਗਏ ਨੇ, ਹਾਲ ਉਹਨਾਂ ਦਾ ਵੀ ਇਹੀ ਰਿਹਾ। ਸਹੀ ਹੈ। ਪਰ ਇੰਨੀ ਬਸ਼ਰਮੀ ਨਹੀਂ ਦਿਖਾਈ ਸੀ ਕਦੇ ਕਿਸੇ ਸਿਆਸੀ ਲੀਡਰ ਨੇ ਕਿ ਜਮਾ ਹੀ ਬਸ਼ਰਮ ਹੋ ਕੇ ਤੁਰੇ ਰਹੋ ਝੱਗਾ ਚੱਕ ਕੇ। ਇਸ ਦੇ ਉੱਤੇ ਪੰਜਾਬ ਨੂੰ ਰਿਐਕਟ ਕਰਨਾ ਪਊਗਾ। ਇਹ ਡਿਕਟੇਟਰਸ਼ਿਪ ਦਾ ਇੱਕ ਹੋਰ ਪ੍ਰਗਟਾਵਾ, ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਲੋਕਤੰਤਰ ਦੇ ਨਾਂ ਦੇ ਉੱਤੇ ਨਰਿੰਦਰ ਮੋਦੀ ਨੇ ਲੋਕਤੰਤਰ ਜੇਬ 'ਚ ਪਾ ਲਿਆ, ਤੇ ਇੱਥੇ ਕੇਜਰੀਵਾਲ ਵੀ ਲੋਕਤੰਤਰ ਜੇਬ 'ਚ ਪਾਈ ਫਿਰਦਾ, ਤੇ ਸਾਡੇ ਵਾਲੇ ਉਹਨੇ ਸਿਰਫ ਆਪਣੇ ਫੀਲੇ ਬਣਾਏ। ਹਾਂਜੀ, ਦੇਖੋ ਇਹ ਤਾਂ ਮਾੜੇ ਮੋਟੇ ਲਾਲਚਾਂ 'ਚ ਹੀ ਫਸੇ ਪਏ ਆ। ਕਿਸੇ ਨੂੰ ਅਹੁਦਾ ਚਾਹੀਦਾ ਕਿਉਂਕਿ ਕੋਈ ਮੰਤਰੀ ਬਣਨਾ ਚਾਹੁੰਦਾ, ਕੋਈ ਅਗਲੀ ਵਾਰ ਦੀ ਟਿਕਟ ਭਾਲ ਰਿਹਾ। ਇਹਨਾਂ ਨੂੰ ਇਹ ਚੀਜ਼ਾਂ ਦੱਬੀ ਬੈਠੀਆਂ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਾਣਾ ਤਾਂ ਲੋਕਾਂ ਦੀ ਕਚਹਿਰੀ 'ਚ ਹੀ ਪਊਗਾ, ਟਿਕਟ ਤਾਂ ਕੇਜਰੀਵਾਲ ਦੇ ਦੂਗਾ, ਅਹੁਦਾ ਤਾਂ ਹੋਰ ਦੇ ਦੇਣਗੇ। ਅਹੁਦੇਦਾਰ ਤਾਂ ਕਿੰਨੇ ਭੱਜ ਗਏ ਉਹਨਾਂ ਦੇ, ਅਹੁਦੇ ਦੇ ਲੈਣ ਵਾਲਿਆਂ ਦੇ ਉਹਨਾਂ ਕੋਲੇ ਥੋੜਾ, ਪਰ ਖੜੋ ਤਾਂ ਸਹੀ ਪੰਜਾਬ ਦੇ ਨਾਲ, ਮੁੱਦਿਆਂ ਦੇ ਨਾਲ ਗੱਲ ਤਾਂ ਕਰੋ ਸਹੀ। ਔਰ ਇੱਕ ਸੱਚਾਈ ਹੋਰ ਵੀ ਡਰਾਵਣੀ ਹੈ ਸ਼ਰਮਾ ਜੀ, ਉਹ ਇਹ ਕਿ ਇਹ ਤਾਂ ਸਿਰਫ ਪੰਜਾਬ ਦੇ ਖਜ਼ਾਨੇ ਖਾਲੀ ਦੀ ਗੱਲ ਹੋਈ ਹੈ। ਜਿੱਦੇ ਪੰਜਾਬ ਦੇ ਕਰਜ਼ੇ ਦੀ ਗੱਲ ਛਿੜੀ ਨਾ, ਉਹਦੇ ਨਾਲ ਤੋਂ ਬੈਠਿਆ ਨਹੀਂ ਜਾਣਾ ਕਿਤੇ ਡਿਬੇਟ ਦੇ ਵਿੱਚ, ਕਿਤੇ ਗੱਲ ਨਹੀਂ ਆਉਣੀ ਇਹਨਾਂ ਨੂੰ ਕਿਸੇ ਮਾਮਲੇ ਦੇ ਵਿੱਚ, ਕਿਉਂਕਿ ਉਸ ਤੋਂ ਨਾਲੋਂ ਦੁੱਗਣੀ ਸਪੀਡ ਤੇ ਕਰਜ਼ਾ ਵੱਧ ਰਿਹਾ ਬਾਕੀ ਸਰਕਾਰਾਂ, ਬਾਦਲਾਂ ਨਾਲੋਂ ਜਾਂ ਕੈਪਟਨ ਨਾਲੋਂ ਜੀ। ਜਾਂਦੇ ਗੱਲ ਕਰੀਏ ਇਹਨਾਂ ਦੀ, ਕੋਈ ਕਹਿੰਦੇ ਲੈਂਡ ਪੂਲਿੰਗ ਦੇ ਮਾਮਲੇ ਦੇ ਉੱਤੇ ਇਹਨਾਂ ਦੇ ਆਪਦੇ ਘਰੀ ਲਾਵਾ ਫਟ ਸਕਦਾ ਜੀ। ਦੇਖੋ, ਇਹ ਤਾਂ ਕੋਈ ਦੋ ਰਾਏ ਨਹੀਂ ਕਿ ਲੈਂਡ ਪੂਲਿੰਗ ਪੰਜਾਬ ਦਾ ਬਹੁਤ ਗੰਭੀਰ ਮਸਲਾ ਬਣ ਗਿਆ ਜੀ। ਬਿਲਕੁਲ। ਇਸ ਦੇ ਉੱਤੇ ਸਾਰੀਆਂ ਤਰ੍ਹਾਂ ਨੰਗੇ ਧੜ ਲੜਨ ਲੱਗ ਪਈਆਂ ਨੇ, ਮੈਦਾਨ 'ਚ ਨਿੱਤਰ ਆਈਆਂ ਨੇ। ਰਾਜਨੀਤਿਕ ਧਿਰਾਂ ਦੀ ਗੱਲ ਕਰੀਏ, ਉਹਨਾਂ ਦੀ ਵੀ ਮਜਬੂਰੀ ਹੈ, ਕਿਉਂਕਿ ਜਿਹੜੇ ਮੁੱਦਿਆਂ ਤੇ ਲੋਕ ਆ ਜਾਣ, ਰਾਜਨੀਤਿਕ ਧਿਰਾਂ ਨੂੰ ਵੀ ਉਹਨਾਂ ਮੁੱਦਿਆਂ ਤੇ ਆਉਣਾ ਪੈਂਦਾ। ਸਹੀ ਹੈ ਨਾ। ਪਰ ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਪੰਜਾਬ ਦੀਆਂ ਮਜ਼ਦੂਰ ਕਿਸਾਨ ਯੂਨੀਅਨਾਂ, ਖੇਤੀ ਨਾਲ ਸੰਬੰਧਿਤ ਧਿਰਾਂ ਤੇ ਪੰਜਾਬ ਦੇ ਚਿੰਤਕ, ਹੈ ਨਾ, ਪ੍ਰੋਫੈਸਰ, ਪੱਤਰਕਾਰ, ਉਹ ਸਾਰੇ ਧਰਾਤਲ ਤੇ ਲੈਂਡ ਪੂਲਿੰਗ ਦੇ ਖਿਲਾਫ ਨਿੱਤਰ ਆਏ। SKM ਲਗਾਤਾਰ ਆਪਣੇ ਪ੍ਰੋਗਰਾਮਾਂ ਤਹਿਤ ਦੀ ਲੜਾਈ ਲੜ ਰਿਹਾ, ਹੈ ਨਾ। ਪਿੰਡਾਂ 'ਚ ਝੰਡਾ ਮਾਰਚ, ਟਰੈਕਟਰ ਮਾਰਚ, ਕਮੇਟੀਆਂ, ਬੈਠਕ, ਮੰਥਨ ਲਗਾਤਾਰ ਹੋ ਰਿਹਾ। ਡੱਲੇਵਾਲ ਨੂੰ ਵੀ ਇੱਕ ਦਿਨ ਇਹਦੇ ਉੱਤੇ ਪ੍ਰੋਗਰਾਮ ਕਰਨਾ ਪੈ ਗਿਆ, ਹੈ ਨਾ। ਕੱਲ ਲੁਧਿਆਣੇ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਸੀਗਾ, ਉਹ 'ਚ ਵੀ ਕਈ ਕਿਸਾਨ ਜਥੇਬੰਦੀਆਂ, ਕਈ ਤਰ੍ਹਾਂ ਉੱਥੇ ਸ਼ਾਮਲ ਹੋਈਆਂ। ਮੈਂ ਵੀ ਉਹਨੂੰ ਸਮਝਣ ਦੇ ਲਈ ਉੱਥੇ ਗਿਆ। ਸਰਦਾਰ ਹਮੀਰ ਸਿੰਘ ਹੋਰਾਂ ਨੇ ਉੱਥੇ ਬੜੀ ਕਮਾਲ ਦੀ ਤਕਰੀਰ ਕੀਤੀ। ਸੋ ਉਹ ਸਾਰੇ ਦੇ ਵਿੱਚ ਚਰਚਾ ਪੂਰੀ ਜੰਮ ਕੇ ਤੁਰ ਪਈ, ਤੇ ਇਸੇ ਗੱਲ ਦਾ ਫਿਕਰ ਆਮ ਆਦਮੀ ਪਾਰਟੀ ਦੇ ਚੁਣੇ ਹੋਏ MLA ਨੂੰ, ਮੌਜੂਦਾ ਚੇਅਰਮੈਨਾਂ ਨੂੰ, ਅਗਲੀ ਵਾਰ MLA ਬਣਨ ਦੀ ਇੱਛਾ ਪਾਲੀ ਬੈਠਿਆਂ ਨੂੰ,
ਹੈ ਨਾ, ਬਹੁਤ ਖਾ ਰਿਹਾ ਕਿ ਪਿੰਡਾਂ 'ਚ ਵੜਾਂਗੇ ਕਿਵੇਂ। ਜੀ ਸਹੀ ਹੈ। ਇਹ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਸਿਆਸਤ ਪਿੰਡਾਂ 'ਚ ਹੋ ਕੇ ਚੱਲਦੀ ਹੈ। ਜਿੰਨੇ ਮਰਜ਼ੀ ਸ਼ਹਿਰ ਉਸਾਰ ਲਓ, ਜਿੰਨਾ ਮਰਜ਼ੀ ਕੁਛ ਕਰ ਲਓ। ਬਿਲਕੁਲ 13,000 ਤੋਂ ਵੱਧ ਪਿੰਡ ਨੇ। ਜੇ ਸ਼ਹਿਰ ਸਾਰੇ ਇੱਕ ਪਾਸੇ ਭੁਗਤ ਵੀ ਜਾਣ ਤਾਂ ਵੀ ਪਿੰਡ ਨਤੀਜੇ ਪ੍ਰਭਾਵਿਤ ਕਰਨ 'ਚ, ਨਤੀਜੇ ਬਦਲਣ 'ਚ ਦਮ ਰੱਖਦੇ ਆ। ਸਹੀ ਹੈ। ਤੇ ਪਿੰਡਾਂ ਨਾਲ ਐਂ ਧੱਕਾ ਤੇ ਅਣਦੇਖੀ ਕਰਕੇ ਨਹੀਂ ਸਰ ਸਕਦਾ। ਜਿੰਨੇ ਚੇਤਨ ਸਿਆਸੀ ਤੌਰ ਤੇ ਪਿੰਡ ਨੇ, ਸ਼ਹਿਰ ਹੈ ਨਹੀਂਗੇ। ਕੱਲੇ ਪਿੰਡ 'ਚ ਵੋਟ ਪ੍ਰਤੀਸ਼ਤ ਤੱਕ ਦਾ ਹਵਾਲਾ ਕੱਢ ਕੇ ਦੇਖ ਲਿਓ ਤੇ ਸ਼ਹਿਰਾਂ ਦੇ ਵਿੱਚ ਮਤਲਬ ਵੋਟ ਪ੍ਰਤੀਸ਼ਤ ਕੱਢ ਕੇ ਦੇਖ ਲਿਓ, ਤੁਹਾਨੂੰ ਫਰਕ ਪਤਾ ਲੱਗਦਾ। ਪਿੰਡ ਵਾਲੇ ਅੜਦੇ ਵੀ ਨੇ, ਲੜਦੇ ਵੀ ਨੇ, ਖੜਦੇ ਵੀ ਨੇ ਵੋਟਾਂ ਦੇ ਲਈ, ਹੈਨਾ, ਪੂਰੀ ਤਣਾਤਣੀ ਵੀ ਹੁੰਦੀ ਹੈ, ਹੈਨਾ। ਪਰ ਐਂ ਵੀ ਨਹੀਂ ਕਿ ਬਾਕੀ ਸੂਬਿਆਂ ਵਾਂ ਕੋਈ ਮਾਰੋ ਮਾਰ ਕਰਦੇ ਹੁਣ, ਸਿਰ ਪਾੜ ਦੋ, ਕਰ ਦੋ, ਹੈਨਾ, ਇੱਕਾ ਦੁੱਕਾ ਕੱਢਣ ਛੱਡ ਕੇ। ਇਸ ਲਈ ਉਹ ਚੇਤਨ ਨੇ ਸਿਆਸੀ ਤੌਰ ਤੇ ਇਹ ਚੇਤਨਤਾ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਡਰਾਉਣ ਲੱਗੀ ਹੈ ਜੀ। ਇਸ ਲਈ ਹੇਠਲੇ ਕੁਝ ਲੀਡਰਾਂ ਨੇ ਰਿਐਕਟ ਵੀ ਸ਼ੁਰੂ ਕੀਤਾ ਤੇ ਇਹ ਵੀ ਜਾਂਦਾ ਕਿ ਭਗਵੰਤ ਮਾਨ ਹੋਰਾਂ ਦੇ ਚਾਚੇ ਦੇ ਮੁੰਡੇ ਨੇ ਵੀ ਆਪਣੇ ਭਰਾ ਦੀ ਸਹਿਮਤੀ ਨਾਲ ਇਹ ਪਾਇਆ, ਚਰਚਾ ਤੇ ਵੀ ਤੁਰ ਪਈ ਹੈ ਨਾ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਇਸ ਲੈਂਡ ਪੂਲਿੰਗ ਦੇ ਲਈ ਸਹਿਮਤ ਨਹੀਂ ਸੀ। ਉਹਨਾਂ ਨੇ ਇੱਕ ਵਾਰ ਫਾਈਲ ਮੋੜਤੀ ਸੀ, ਪਰ ਇਹ ਗੱਲਾਂ ਅਰਥ ਨਹੀਂ ਰੱਖਦੀਆਂ। ਜਦੋਂ ਤੁਸੀਂ ਆਰਡਰ ਕਰਤੇ, ਦਸਤਖਤ ਕਰਤੇ, ਤਾਂ ਤੁਸੀਂ ਹੁਣ ਵਿੱਚ ਭਾਈਵਾਲ ਹੋ। ਚਾਹੇ ਹੁਣ ਲੋਕਾਂ ਨੂੰ ਜਚਾਈ ਜਾਓ ਗੱਲ, ਚਾਹੇ ਚਾਚੇ ਦੇ ਮੁੰਡੇ ਤੋਂ ਪੋਸਟ ਪਵਾਈ ਜਾਓ, ਸਭ ਨੂੰ ਪਤਾ ਹੈ ਕਿ ਲੈਂਡ ਪੂਲਿੰਗ ਲਿਆਉਣ ਦੇ ਲਈ ਹਰਾ ਪੈਨ ਤਾਂ ਨਾ ਤਾਂ ਤੁਹਾਡਾ ਹੀ ਵਰਤਿਆ ਗਿਆ। ਦਸਤਖਤ ਕਿਹਨੇ ਕੀਤੇ, ਮੋਹਰ ਰੱਖੀ ਹੈ ਕਿ ਦਸਤਖਤ ਕੀਤੇ ਆ, ਇਹ ਹੁਣ ਤੁਸੀਂ ਜਾਣੋ ਤੇ ਆਕਾ ਜਾਣੇ। ਬਿਲਕੁਲ। ਪਰ ਕਟਹਿਰੇ 'ਚ ਤੁਸੀਂ ਬਰਾਬਰ ਖੜੇ ਹੋਵੋਗੇ, ਸੰਵਿਧਾਨਕ ਅਹੁਦਾ ਤੁਹਾਨੂੰ ਦਿੱਤਾ ਹੋਇਆ, ਚਾਹੇ ਚਲਾ ਕੇਜਰੀਵਾਲ ਲਿਆ। ਸਹੀ ਹੈ, ਬਿਲਕੁਲ ਜੀ। ਇਸ ਲਈ ਤੁਸੀਂ ਇੱਦਾਂ ਬਰੀ ਨਹੀਂ ਹੋ ਸਕਦੇ। ਹਾਂ, ਕਦੇ ਮਾਲਵਿੰਦਰ ਕੰਗ ਬੋਲ ਲਿਆ, ਕਦੇ ਕੁਲਦੀਪ ਧਾਲੀਵਾਲ ਦੀ ਪੋਸਟ ਦੀ ਗੱਲ ਆ ਗਈ, ਕਦੇ ਦਿਨੇਸ਼ ਚੱਡੇ ਦੀ ਆ ਗਈ ਜੀ, ਕਦੇ ਥੱਲੇ 4 ਅਸਤੀਫੇ ਆ ਗਏ ਜੀ। ਇਹਨਾਂ ਨਾਲ ਗੱਲ ਨਹੀਂ ਬਣਨੀ। ਅੰਦਰ ਜਿਹੜੀ ਘੁਸਰ ਮੁਸਰ ਆਪ ਬੈਠ ਕੇ ਕਰਦੇ ਆ ਨਾ ਐਮਐਲਏ, ਹਾਂਜੀ, ਹੈ ਨਾ, ਉਹ ਘੁਸਰ ਮੁਸਰ ਕੇਜਰੀਵਾਲ ਦੇ ਮੂਹਰੇ ਕਰੋ, ਫਿਰ ਮੰਨੀਏ ਕਿ ਹਾਂ ਉਹ ਉਂਗਲ ਉੱਥੇ ਖੜੀ ਕਰਕੇ ਕਹੋ ਕਿ ਜੀ ਇਹ ਪੰਜਾਬ ਦੇ ਵਿੱਚ ਨਹੀਂ ਚੱਲਣਾ ਜੀ, ਇਹ ਤੁਹਾਨੂੰ ਔਖਾ ਹੋ ਜਾਊਗਾ। ਕਿਉਂ ਨਹੀਂ ਕਹਿਣ ਦੋ, ਦਮ ਰੱਖਦੇ। ਸਹੀ ਹੈ ਪ੍ਰਵੀਨ ਜੀ। ਅੱਜ ਕੱਲ ਜਦੋਂ ਇਹ ਐਮਐਲਏ, ਇਹਨਾਂ ਦੇ ਮੰਤਰੀ ਸੰਤਰੀ ਸਾਨੂੰ ਕਿਸੇ ਵਿਆਹਾਂ ਭੋਗਾਂ, ਕਿਸੇ ਧਾਰਮਿਕ ਜਾਂ ਜੇ ਕਿਸੇ ਸਰਕਾਰੀ ਸਮਾਗਮ, ਕਿਸੇ ਰਾਜਨੀਤਿਕ ਸਮਾਗਮ 'ਚ ਟੱਕਰਦੇ ਆ ਨਾ, ਤਾਂ ਪਹਿਲਾਂ ਤਾਂ ਆਲੇ ਦੁਆਲੇ ਦੇਖਦੇ ਆ ਕਿ ਕੌਣ ਹੈ ਨੇੜੇ ਤੇੜੇ, ਫਿਰ ਦੇਖਦੇ ਆ ਫੋਨ 'ਚ ਤਾਂ ਨਹੀਂ ਕਿਤੇ ਕੁਛ ਨੇੜੇ ਤੇੜੇ, ਫਿਰ ਕੱਲਾ ਕੰਨ ਨੇੜੇ ਕਰਕੇ ਬੋਲਦੇ ਆ ਕਿ ਕਿਤੇ ਫੋਨ 'ਚ ਵੀ ਰਿਕਾਰਡ ਨਾ ਹੋ ਜਾਵੇ। ਬਈ ਇਹ ਤਾਂ ਵਾਪਸ ਤਾਂ ਲੈਣੀ ਪਊਗੀ, ਬਈ ਤਾਂ ਗਲਤ ਹੋ ਗਿਆ, ਅਸੀਂ ਸਹਿਮਤ ਨਹੀਂ। ਇਹ ਗੱਲਾਂ ਕਹਿਣ ਲੱਗ ਪਏ ਜਦ ਤੱਕ ਤੁਹਾਨੂੰ ਮੈਨੂੰ ਸਾਨੂੰ ਇਹ ਕਹਿੰਦੇ ਆ। ਸਹੀ ਹੈ ਨਾ, ਪਰ ਉੱਥੇ ਬੋਲਣ ਦਾ ਦਮ ਕਿਉਂ ਰੱਖਦੇ ਜਿਹਦੇ ਲਈ ਤੁਹਾਨੂੰ ਚੁਣ ਕੇ ਭੇਜਿਆ ਜੀ, ਜਿਹਦੀ ਤੁਸੀਂ ਹਲਕੇ ਦੀ ਨੁਮਾਇੰਦਗੀ ਕਰਦੇ ਹੋ, ਉਹਨਾਂ ਲੋਕਾਂ ਦੀ ਆਵਾਜ਼ ਕਿਉਂ ਨਹੀਂ ਬਣਦੇ? ਜੀ ਬਿਲਕੁਲ, ਚੁੱਕੀ ਜਾਓ, ਕੋਈ ਗੱਲ ਨਹੀਂ। ਉਹ ਦੇਖਿਓ ਫਿਰ ਜਦੋਂ ਲਾਵਾ ਫਟਦਾ ਹੁੰਦਾ ਨਾ ਕਈ ਵਾਰ, ਫਿਰ ਆਪਣੇ ਆਪ ਹੀ ਝੁਲਸਦਾ, ਉਹ ਆਪਣੇ ਆਪ ਦੇ ਉੱਪਰ ਹੀ ਗਿਰਦਾ ਰਹਿੰਦਾ ਨਿਕਲ। ਸੋ ਇਸ ਲਈ ਇਹ ਲਾਵਾ ਜੇ ਫਟਿਆ ਵੀ ਤਾਂ ਦੇਰ ਹੋ ਜੂਗੀ, ਉਸ ਸਮੇਂ ਤੱਕ ਫਿਰ ਤੁਹਾਡਾ ਆਪਣਾ ਹੀ ਝੁਲਸਣਾ ਤੈਅ ਹੋ ਜੂਗਾ, ਇਹ ਨੁਕਸਾਨ ਹੋ ਜੂਗਾ। ਸਮਾਂ ਰਹਿੰਦਿਆਂ ਜੇ ਇਹ ਨਿੱਤਰੇ ਆਉਣਗੇ, ਬਾਹਰ ਖੜ ਜਾਣਗੇ ਦਿੱਲੀ ਦੇ ਸਾਹਮਣੇ, ਤਾਂ ਸ਼ਾਇਦ ਇਹਨਾਂ ਦਾ ਪੈਰ ਧਰਾ ਹੋ ਜਾਵੇ ਪੰਜਾਬ 'ਚ। ਨਹੀਂ, ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ। ਲੋਕ ਦਿੱਲੀ ਵਾਲਿਆਂ ਦਾ ਦਿੱਲੀ ਛੱਡ ਆਉਣਗੇ, ਨਾਲ ਇਹਨਾਂ ਨੂੰ ਵੀ ਨਾ ਕਿਤੇ ਛੱਡ ਆਉਣ। ਹਾਂਜੀ ਬਿਲਕੁਲ, ਲੋਕਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ। ਫਿਰ ਜਦੋਂ ਲੋਕ ਆਪਦੀ ਆਈ ਤੇ ਆਉਂਦੇ, ਇਹਨਾਂ ਨਾਲੋਂ ਤਾਂ ਲੋਕਾਂ ਨੇ ਕਹਿ ਹੀ ਦੇਣਾ ਕਿਸੇ ਦਿਨ ਨੂੰ, ਤੁਹਾਡੇ ਨਾਲ ਤਾਂ ਕਾਂਗਰਸ ਹੀ ਚੰਗੇ ਸੀ। ਆਪਦੇ ਮੁੱਖ ਮੰਤਰੀ ਦੀ ਸ਼ਿਕਾਇਤ ਲੈ ਕੇ ਦਿੱਲੀ ਤਾਂ ਜਾ ਵੜੇ ਸੀ, ਜਾਂ 40 ਜਣੇ ਨੇ ਇਕੱਠ ਤਾਂ ਕਰ ਲਿਆ ਸੀ, ਤੁਹਾਡੇ ਤੋਂ ਤਾਂ ਉਹ ਵੀ ਨਹੀਂ ਹੋ ਰਿਹਾ। ਤੁਸੀਂ ਤਾਂ ਉਹਨਾਂ ਨਾਲੋਂ ਵੀ ਇੱਕ ਹੱਦ ਗਾਂਹ ਲੰਘ ਗਏ। ਕਹਿੰਦੇ ਭ੍ਰਿਸ਼ਟਾਚਾਰੀ ਉਹਨਾਂ ਨੂੰ ਸੀ, ਨੋ ਡਾਊਟ ਉਹ ਭ੍ਰਿਸ਼ਟਾਚਾਰੀ ਸੀਗੇ, ਉਹਨਾਂ ਨੇ ਕੋਈ ਅਸਰ ਨਹੀਂ ਛੱਡੀ। ਪਰ ਕਈ ਮਾਮਲਿਆਂ ਦੇ ਵਿੱਚ ਤੁਸੀਂ ਹਾਂਜੀ, ਜੇ ਉਹ ਨਲਾਇਕ ਤਾਂ ਹੀ ਤੁਹਾਨੂੰ ਲਿਆਂਦਾ ਜੀ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।